ਤਾਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਆਖਰੀ ਦਿਨ ਹੈ ਤੇ ਆਖਰੀ ਦਿਨ ਵੀ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। विधान सभा दे बाहर सियासी संग्राम शुरू हो गया है। अकाली दल दा कैप्टन सरकार दे खिलाफ अनोखा मुजाहरा, सरकार दियां झूठ दियां पंडां दे नाल प्रदर्शन अकाली दल वालों कीता जा रहा है। तो उधर लोक इंसाफ पार्टी वालों भी विधान सभा तक पैदल मार्च कढ़िया जा रहा है। बेअदबी दे दोषियां नूं सज़ा दिवाउण दी मंग कीती जा रही है लोक इंसाफ पार्टी दे वल्लों। ते दूजे पासे अकाली दल ने अज एक बार फिर तो जो अनोखा प्रदर्शन करदियां होया ये अलग-अलग तस्वीरां दे विच तुसीं देख सकदे हो कि ਵੱਖ-ਵੱਖ ਵਾਅਦਿਆਂ ਨੂੰ ਲੈ ਕੇ ਨੌਜਵਾਨਾਂ, ਮੁਲਾਜ਼ਮਾਂ, ਅਧਿਆਪਕ, ਐਸੀ ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ ਦੇ ਨਾਲ ਜੋ ਵਾਅਦੇ ਸਰਕਾਰ ਨੇ ਕੀਤੇ ਸੀ ਉਹਨਾਂ ਵਾਅਦਿਆਂ ਦੀਆਂ ਇੱਥੇ ਇੱਕ ਪੰਡਾਂ ਬਣਾਈਆਂ ਗਈਆਂ ਨੇ। ਇਹ ਪੋਸਟਰ ਰੂਪੀ ਪੰਡਾਂ ਬਣਾ ਕੇ ਤਿਆਰ ਕੀਤੀਆਂ ਗਈਆਂ ਨੇ ਤੇ ਵਿਰੋਧ ਕੀਤਾ ਜਾ ਰਿਹਾ। ਇਸੇ ਦਾ ਰੁਖ ਕਰਦੇ ਹਾਂ ਨਪਿੰਦਰ ਬਰਾੜ ਸਾਡੇ ਸਹਿਯੋਗੀ ਜੁੜੇ ਨੇ। ਤਾਂ ਨਪਿੰਦਰ, ਅਕਾਲੀ ਦਲ ਨੇ ਆਖਰੀ ਦਿਨ ਵੀ ਕੁਝ ਅਨੋਖਾ ਹੀ ਕੀਤਾ ਹੈ। ਫਿਲਹਾਲ ਕੀ ਕੁਝ ਅਪਡੇਟ ਹੈ, ਤਸਵੀਰਾਂ ਕਿਸ ਤਰ੍ਹਾਂ ਦੀਆਂ? देखो बिल्कुल अकाली दल लगातार प्रदर्शन कर रहा, हर रोज़ नवे नवे तरीके का प्रदर्शन किया जाता। अज भी पंजाब विधान सभा के बाहर प्रदर्शन किया गया, बजट दी कापियां साड़ियां गई ने और एक पुतला लिया गया जिहदे ਵੱਖ-ਵੱਖ तरह ਦੀਆਂ आकृतियां बनाई गई ने, ਵੱਖ-ਵੱਖ तरह ਦੀਆਂ तख्तियां लैके अकाली दल के ਜਿਹੜੇ वर्कर ने वो भी इत्थे पहुंचे ने। यूथ प्रधान नूं खास तौर पर बुला लिया गया, बंटी रमाणा नूं, और ये यूथ उन्हां दे नाल है विधान सभा के बाहर प्रदर्शन करने के लिए। और तुहानूं दिखा दिंदे आ कि किस तरह का एक डरना एक कह सकते हैं कि पुतला पर थोड़ा निवेकले तरह का वो बना के लिया गया अकाली दल के वलों। और तस्वीरां तुहाडे तुहानूं दिखाउण दी कोशिश करते हैं कि किस तरह विधान सभा के बाहर अज प्रदर्शन किया गया। लखबीर सिंह लोधी नंगल विधायक उन्हां दे नाल गलबात करने की कोशिश करते हैं कि आखिर हर रोज़ अकाली दल प्रदर्शन करता है, अंदर जाके भी मुद्दे चक्कन की कोशिश की जाती है। लखबीर सिंह लोधी नंगल दे नाल गल करते हैं कि ये पुतला बना के विक्रम मजीठिया जिस तरह हुणे थोड़ी देर पहले प्रदर्शन करके गए हैं की कुछ दिखाने की कोशिश की गई है। और किस तरह दी इत्थे तस्वीर बंटी रमाणा साडे नाल ने। बंटी रमाणा साहब, तुहाडा यूथ भी अज पहुंचा विधायकों के नाल ने, तुसीं भी इत्थे मोर्चा संभालिया, अज कोई खास तैयारी सी? देखो, अखीरला बजट सैशन सी सरकार दा ते अज अखीरला दिन है। ਜਦੋਂ ਵੀ 5 ਸਾਲ ਇਹ ਸਰਕਾਰ ਨੂੰ ਸਵਾਲ ਪੁੱਛਦੇ ਰਹੇ ਪੰਜਾਬ ਦੇ ਲੋਕ ਜਾਂ ਸਾਡੇ ਵਿਧਾਨਕਾਰ ਅੰਦਰ ਪੁੱਛਦੇ ਰਹੇ, ਇਹੀ ਕਹਿੰਦੇ ਰਹੇ ਕਿ ਸਾਨੂੰ 5 ਸਾਲ ਦਾ ਮੈਂਡੇਟ ਹੈ, ਸਾਨੂੰ 5 ਸਾਲ ਦਿਓ ਅਸੀਂ ਕਰਾਂਗੇ। ਅੱਜ ਤਾਂ 5ਵਾਂ ਸਾਲ ਦਾ ਬਜਟ ਵੀ ਖਤਮ ਹੋ ਗਿਆ ਤੇ ਸਾਡੀਆਂ ਗੱਲਾਂ ਛੱਡੋ, ਪੰਜਾਬ ਦੇ ਲੋਕਾਂ ਨੇ ਇਹ ਬਜਟ ਰਿਜੈਕਟ ਕਰਤਾ ਹੈ। किसानों ने यह बजट रिजेक्ट करता, इंडस्ट्री ने करता, यूथ ने करता, एससी भाईचारे ने करता, इंपलॉइज ने भी घेरी हुई सी विधान सभा। सरकार कहती कि सारा बहुत वधिया बजट हो गया। मैं बराड़ साहब तुहानूं एक बेनती करदा, तुसीं बड़े पहुंचे हुए पत्रकार हो, जिवें पहुंचे हुए लोग हुंदे, तुसीं भी बड़े पहुंचे हुए पत्रकार हो। ਜਿਹੜਾ ਉਹ ਕੈਪਟਨ ਸਾਹਿਬ ਦਾ ਮੈਥ ਦਾ ਟੀਚਰ ਹੈ ਨਾ ਬਰਾੜ ਸਾਹਿਬ, ਉਹ ਲੱਭ ਕੇ ਲਿਆ ਦਿਓ ਜਿਹਨੇ 84.6% ਦਾ ਫਿਗਰ ਕੱਢਿਆ। ਇਹ ਮੈਂ ਕਹਿੰਦਾ ਪੰਜਾਬ ਦੇ ਕਿਸੇ ਹੋਰ ਨਿਆਣੇ ਨੂੰ ਨਾ ਪੜ੍ਹਾ ਦੇ ਕਿਤੇ, ਤੇ ਪਤਾ ਨਹੀਂ ਕਿੱਥੇ ਜਾਣਗੇ ਨਿਆਣੇ। ਤਾਂ ਲਗਾਤਾਰ ਸਰਕਾਰ ਦੇ ਤੰਜ ਲਖਵੀਰ ਸਿੰਘ ਲੋਧੀ ਨੰਗਲ ਸਾਹਿਬ ਆ ਕੀ ਫੜਿਆ ਹੱਥ ਦੇ ਵਿੱਚ ਐਡਾ ਵੱਡਾ ਡਰਨਾ ਜਿਹਾ? ਇਹ ਉਹ ਚੀਜ਼ ਫੜੀ ਆ ਜਿਹੜੀਆਂ ਗੱਲਾਂ ਇਹਨਾਂ ਨੇ ਕਮਿਟਮੈਂਟ ਕੀਤੀਆਂ ਸੀ, ਜਿਹੜਾ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਲੋਕਾਂ ਨੂੰ ਆਹ ਚੀਜ਼ਾਂ ਪੂਰੀਆਂ ਕਰਕੇ ਦੇਵਾਂਗੇ। ਲੋਕਾਂ ਦੇ ਨਾਲ ਬੜਾ ਵੱਡਾ ਠੱਗੀ ਮਾਰੀ ਗਈ ਆ, ਸਾਰੀਆਂ ਚੀਜ਼ਾਂ ਨੂੰ ਹੈਂਗ ਕਰ ਦਿੱਤਾ ਗਿਆ। ਲਾਸਟ ਬਜਟ ਸੀ ਔਰ ਲਾਸਟ ਬਜਟ ਦੇ ਜੀ ਇਹਨਾਂ ਨੇ ਐਸਾ ਦਿਵਾਲਾ ਕੱਢ ਕੇ ਰੱਖ ਦਿੱਤਾ ਹੈ ਕਿ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਅੱਜ ਹਾਹਾਕਾਰ ਕਰ ਰਹੇ ਨੇ ਕਿ ਅੱਜ ਵੇਖੋ ਮੁਲਾਜ਼ਮਾਂ ਦਾ ਕੀ ਹਾਲ ਹੋ ਰਿਹਾ। ਅੱਜ ਆਂਗਣਵਾੜੀਆਂ ਜਿਹੜੀਆਂ ਨੇ ਉਹ ਲੰਮੇ ਪਾ ਕੇ ਕੁੱਟੀਆਂ ਜਾ ਰਹੀਆਂ ਨੇ, ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਨੇ, ਉਹ ਹਸਪੀਟਲ 'ਚ ਦਾਖਲ ਨੇ। ਇਹ ਬਜਟ ਵੂਮਨ ਡੇ ਦੇ ਉੱਤੇ ਪੇਸ਼ ਕਰ ਰਹੇ ਨੇ ਔਰ ਵੂਮਨਸ ਦਾ ਜਿਹਦਾ ਇੱਥੇ ਹਾਲ ਆ, ਇਹ ਜਿਹੜਾ ਕਹਿੰਦੇ ਅਸੀਂ ਸਰਕਾਰੀ ਬੱਸਾਂ ਦੇ ਵਿੱਚ ਕੀਤਾ, ਸਰਕਾਰੀ ਬੱਸ ਤੇ ਚੱਲਦੀ ਕੋਈ ਨਹੀਂ। ਔਰ ਇਹਨਾਂ ਦੀ ਇਹ ਵੀ ਸਕੀਮ ਹੈ ਵੀ ਜੇ ਸਰਕਾਰੀ ਬੱਸ 'ਚ ਇੱਕ ਜਨਾਨੀ ਚੜੂਗੀ ਤਾਂ ਘਰ ਦੇ ਨਾਲ 2-3 ਜਣੇ ਜੀ ਚਾੜੂਗੀ, ਅਸੀਂ ਉਹਨਾਂ ਦੀਆਂ ਘੱਟੋ ਘੱਟ ਟਿਕਟਾਂ ਕੱਟ ਲਾਂਗੇ। ਇਹ ਸਾਡੀਆਂ ਪਾਲਿਸੀਜ਼ ਨੇ ਔਰ ਮੈਂ ਸਮਝਦਾ ਆ ਫਰੇਬ ਕਰਦੀ ਇਹਨਾਂ ਨੂੰ ਆਦਤ ਆ, ਇੱਕ ਬਹੁਤ ਵੱਡਾ ਫਰੇਬ। ਫਿਰ ਜਿਹੜਾ ਕਹਿੰਦੇ ਅਸੀਂ ਸਰਪਲਸ ਬਜਟ ਪੇਸ਼ ਕਰ ਦੇਣਾ, ਤੀਜਾ ਬਜਟ ਜਿਹੜਾ ਸਾਡਾ ਸਰਪਲਸ ਹੋਊਗਾ, ਤੁਹਾਡੇ ਸਾਹਮਣੇ ਕੋਈ ਗੱਲ ਕਰਨ ਵਾਲੀ ਨਹੀਂ ਰਹੀ। ਜੋ ਹਾਲ ਇਹਨਾਂ ਨੇ ਪੈਦਾ ਕੀਤਾ ਆ, ਜੋ ਤੁਹਾਡੇ ਸਾਹਮਣੇ ਸਾਰੀ ਗੱਲ ਆਈ ਆ, ਕਿਸੇ ਕੋਲ ਲੁਕੀ ਛਪੀ ਨਹੀਂ। ਹਰ ਵਰਗ ਦੇ ਨਾਲ ਜਿਹੜਾ ਧੋਖਾ ਕੀਤਾ ਗਿਆ, ਠੱਗੀ ਕੀਤੀ ਗਈ ਆ, ਇਹਨੂੰ ਸਾਰੇ ਪੰਜਾਬ ਦੇ ਲੋਕਾਂ ਨੇ ਜਿਹੜਾ ਇਹ ਬਜਟ ਨੂੰ ਰਿਜੈਕਟ ਕੀਤਾ। ਤੁਸੀਂ ਕਹਿੰਦੇ ਹੋ ਕੱਲ ਸਰਕਾਰੀ ਬੱਸਾਂ ਦੇ ਵਿੱਚ ਕਿਰਾਇਆ ਮਾਫ ਕੀਤਾ ਗਿਆ, ਤੇ ਜੇ ਨਹੀਂ ਤਾਂ ਤੁਸੀਂ ਹੁੰਦੇ ਜਾਂ ਕੱਲ ਨੂੰ ਤੁਸੀਂ ਆ ਗਏ ਤਾਂ ਤੁਸੀਂ ਪ੍ਰਾਈਵੇਟ ਬੱਸਾਂ 'ਚ ਵੀ ਕਰ ਦੋਗੇ। ਗੱਲ ਸੋਚ ਸਮਝ ਕੇ ਦੱਸਿਓ। ਵਕਤ ਜਿਹੜਾ ਆਉਂਦਾ ਆ ਨਾ, ਇਹ ਕੋਈ ਲੋਧੀ ਨੰਗਲ ਕੱਲੇ ਦੀ ਰਾਏ ਨਹੀਂ ਹੋਣੀ। ਅਸੀਂ ਜੋ ਲੋਕਾਂ ਵਾਸਤੇ ਆਲਰੇਡੀ ਪਿਛਲੀਆਂ ਸਰਕਾਰਾਂ 'ਚ ਵੀ ਬਿਹਤਰ ਕੀਤਾ, ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਉਹ ਬਿਹਤਰ ਕਰਾਂਗੇ ਜਿਹੜਾ ਇਹ ਨਹੀਂ ਕਰ ਸਕੇ। ਤਾਂ ਅਕਾਲੀ ਦਲ ਕਹਿੰਦਾ ਹੈ ਕਿ ਜੋ ਕਾਂਗਰਸ ਸਰਕਾਰ ਨਹੀਂ ਕਰ ਸਕੀ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਦਾਵਾ ਇਹੀ
ਕਿ ਸੱਤਾ ਧਿਰ ਕਾਂਗਰਸ ਦਾ ਬਜਟ ਆ ਜਿਹੜਾ ਬੜਾ ਖੋਖਲਾ ਬਜਟ ਹੈ ਔਰ ਇਸ ਤਰ੍ਹਾਂ ਦੀਆਂ ਤਖਤੀਆਂ ਤੁਹਾਨੂੰ ਅਕਾਲੀ ਦਲ ਦੇ ਵਰਕਰਾਂ ਦੇ ਹੱਥਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ। ਤਾਂ ਇਹ ਤਸਵੀਰ ਹੈ ਪੰਜਾਬ ਵਿਧਾਨ ਸਭਾ ਦੇ ਬਾਹਰ ਦੀ। ਹਾਲਾਂਕਿ ਹਰ ਰੋਜ਼ ਇੱਥੇ ਕੋਈ ਨਾ ਕੋਈ ਨਵੀਂ ਤਸਵੀਰ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਦੇ ਪ੍ਰਦਰਸ਼ਨ ਇੱਥੇ ਨਜ਼ਰ ਆਉਂਦੇ ਨੇ ਜੀ। बिल्कुल तस्दीक तौर पर जो ਵੱਖ-ਵੱਖ तरह के प्रदर्शन किए जा रहे हैं तस्वीरां तुहानूं दिखा रहे हैं। नपिंदर बने रहो तुसीं साडे नाल। तां इह तस्वीरां विधान सभा दे बाहर दीआं ने जिथे अकाली दल दे वल्लों अज एक बार फिर तो अंदर जाण तो पहलां बाहर हंगामा किया गया। बजट दीआं कापियां इत्थे साड़ियां गईयां जो बजट वित्त मंत्री मनप्रीत बादल दे वल्लों पेश किया गया सी। उस बजट नूं महज एक झूठ दा पलिंदा करार दिंदिआं अकाली दल ने बजट दीआं कापियां साड़ियां ते एक अनोखे ढंग दा जो इत्थे पुतला कह सकते हैं कि जो पोस्टर रूपी इत्थे बनाईयां गईयां ने, पंडां बनाईयां गईयां ने जिन्हां दे उपर वख-वख वादे लिखे हुए ने जो कैप्टन सरकार ने सत्ता दे विच आउण तो पहलां कीते सी पर वो वादे पूरे नहीं हुए। अकाली दल कह रहा है तो इसे लिए अकाली दल वल्लों अज पंडां लिआंदियां गईयां ने तो यह भी कहा जा रहा है कि सिर्फ सरकार ने झूठ की पंड दी है, मिठियां गोलियां दित्तियां ने, इस तो इलावा किसी वर्ग नूं इस बजट दे विचों कुछ भी नहीं मिलिया है। उधर दूजे पासे लोक इंसाफ पार्टी भी जो पैदल मार्च करन जा रही है बेअदबी मामले नूं लैके दोषियों खिलाफ अजे तक कार्रवाई ना होने नूं लैके गुस्सा जो है रोस पाया जा रहा है। तो फिलहाल विधान सभा का अज आखिरी दिन है बजट इजलास का पर आखिरी दिन भी विरोधियों के वल्लों पूरी तरह जो हंगामा किया जा रहा है। नपिंदर साडे सहयोगी लगातार जुड़े हुए ने जी। नपिंदर की कुछ अपडेट? देखो कांग्रेस विधायक भी पहुंच गए हैं, राजकुमार ਚੱਬੇਵਾਲ पहुंच गए हैं क्योंकि थोड़ी देर पहला इत्थे इन्हां दी सरकार दे बजट ਦੀਆਂ ਕਾਪੀਆਂ ਸਾੜੀਆਂ ਗਈਆਂ ਨੇ ਅਕਾਲੀ ਦਲ ਦੇ ਵੱਲੋਂ। ਚੱਬੇਵਾਲ ਸਾਹਿਬ ਤੁਸੀਂ ਤਾਂ ਕਿਹਾ ਸੀ ਬਹੁਤ ਵਧੀਆ ਬਜਟ ਪੇਸ਼ ਕਰਤਾ ਤੁਹਾਡੀ ਸਰਕਾਰ ਨੇ, ਉਹ ਸਾੜਿਆ ਪਿਆ ਲਓ ਉਹ ਵੇਖ ਲਓ ਤੇ ਸਵਾਦ ਦਿਖਦੀ ਹੈ ਨਾ, ਉਹ ਤੁਹਾਡੇ ਬਜਟ ਦੀਆਂ ਕਾਪੀਆਂ ਸਾੜ ਕੇ ਗਿਆ ਅਕਾਲੀ ਦਲ ਤੇ ਉਹ ਪੁਤਲਾ ਬਣਾਈ ਫਿਰਦੇ ਆ ਕਹਿੰਦੇ ਸਾਰੇ ਝੂਠ ਮਾਰੇ ਆ ਕੀਤਾ ਕਰਾਇਆ ਕੱਖ ਨਹੀਂ ਲੋਕ ਹੈ ਕਰੀ ਜਾਂਦੇ ਆ। ਨਪਿੰਦਰ ਜੀ ਸਭ ਤੋਂ ਪਹਿਲਾਂ ਤੇ ਮੈਂ ਅਕਾਲੀ ਦਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਦੱਸ ਦੇਣਾ ਚਾਹੁੰਦਾ कि जो ड्रामेबाजी अज इन्हां वल्लों कीती जा रही है बजट के आउण तो बाद ये अपने आप च इन्हां दी जिहड़ी फ्रस्ट्रेशन है उसनूं दर्शाउंदा है। तुसीं देखिया होना कि कल अकाली दल मिठियां गोलियां वंड रिहा सी। ये मैनूं लगदा कि पिछले 10 साल जदों राज कीता इन्हां नूं गोलियां वंडण दी आदत पै गई। ਉਹ ਆਂਦੇ ਤੁਹਾਡੇ ਵਾਲੀਆਂ ਗੋਲੀਆਂ ਤੁਸੀਂ ਬਜਟ 'ਚ ਵੰਡੀਆਂ ਵਾਂਦੇ ਅਸੀਂ ਤਾਂ ਉਹ ਦਿੱਤੀਆਂ। बजट च नहीं वंडियां एक्चुअली इन्हां नूं की है कि गोलियां वंडण दी आदत पै चुकी है। पहलां नशे दीयां गोलियां 10 साल वंडदे रहे ते हुण मिठियां गोलियां गोलियां तां इन्हां दी अपणीਆਂ ही आ। गोलियां असी नहीं वंडदे, असी तां जो सच्चाई है अज जेकर पेंशन 1500 रुपया हुई है तो 250 इन्होंने जो 250 तो 500 की अपना 250 भी बकाया नहीं दिता, असी इन्हों का 250 भी बकाया दिता और उस तो बाद उन्होंने 500 पेंशन 750 किया और 750 तो हुण असी जे उन्होंने दुगना कर दिता तो मैं समझदा कि इस तो वड्डी गल लोकां दे विच उत्साह है। ये सिर्फ विरोध की खातर विरोध कर रहे हैं। आंदे लागू करोगे जुलाई तो जो 2-3 महीने रह गए आंदे उस तो बाद तुसीं रहना नहींगा आउण वालिਆਂ ਦੇ ਸਿਰ ਪਾ ਜਾਓਗੇ। देखो ये तो रहना या नहीं रहना ये तो कुल मालक नूं पता है क्योंकि असी काम वधिया कीते है और वधिया काम करने हैं और 1500 रुपया पेंशन मैं समझदा कि लोगों के बहुत खुशी का माहौल है, खुशी का आलम है, लोग खुश ने। जेकर बसां की गल करिए जिहड़ियां औरतां दे लई जो विमेन एम्पावरमेंट ਲਈ ਸਭ ਤੋਂ ਵੱਡੇ ਕੰਮ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਆ ਉਸ ਤੋਂ ਵੀ ਸਾਡੀਆਂ ਜਿੱਥੇ ਪੰਜਾਬ ਦੀਆਂ ਮਹਿਲਾਵਾਂ ਖੁਸ਼ ਨੇ। ਪੰਜਾਬ ਦੇ ਵਿੱਚ ਜਿਹੜੀ ਬੱਸਾਂ ਦੇ ਵਿੱਚ ਯਾਤਰਾ ਹੈ ਉਹ ਫ੍ਰੀ ਕਰ ਦਿੱਤੀ ਹੈ। ਜੇ ਦਲਿਤਾਂ ਦੇ ਬਜਟ ਜਿੰਨੇ ਤੁਸੀਂ ਵਾਅਦੇ ਕੀਤੇ ਸਾਰੇ ਪੂਰੇ ਕਰੋਗੇ ਇਸ ਨਾਲ ਇਲੈਕਸ਼ਨ ਈਅਰ ਦਲਿਤਾਂ ਦੇ ਕਰਜ਼ੇ ਮਾਫ ਜਿਹੜਾ 526 ਕਰੋੜ ਦਾ ਕਰਜ਼ਾ ਮਾਫੀ ਦੀ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ। ਜੇਕਰ ਕਿਸਾਨਾਂ ਦੇ 1,13,000 ਕਿਸਾਨ ਜਿਹੜੇ ਆ ਇਸ ਦੇ ਵਿੱਚ ਹੋਰ ਸ਼ਾਮਲ ਕੀਤੇ ਗਏ और उन्होंने 1100 करोड़ माफ़ होना है। 526 करोड़ लगभग 2,85,000 दलितों का दलित ते गरीब परिवारों का ਜਾਂ भूमिहीन मजदूरों का माफ़ होना है। ये एक बहुत वड्डी गल है। इस तो इलावा होर डॉक्टर BR अंबेडकर साहब जी का जो म्यूजियम है वो कपूरथला ਤੁਹਾਡੇ ਸਾਰੇ ਦਾਅਵਿਆਂ ਤੇ ਮਜ਼ਾਕ ਉਡਾਉਂਦੇ ਜੀ। ਕੱਲ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਮਜ਼ਾਕ ਉਡਾਇਆ। ਉਹ ਆਂਦੇ ਰੋਜ਼ ਨਵੀਂ ਯੂਨੀਵਰਸਿਟੀ ਐਲਾਨ ਦਿੰਦੇ ਆ ਕੋਈ ਸਿਰੇ ਲੱਗੂਗੀ ਕਿਵੇਂ, ਅਗਲੀ ਤੋਂ ਕਹਿੰਦੇ ਚੱਲਦੀ ਨਹੀਂ ਪੰਜਾਬੀ ਯੂਨੀਵਰਸਿਟੀ ਦੇ ਤੋਂ ਕਹਿੰਦੇ ਖਰਚੇ ਨਹੀਂ ਚੱਕੇ ਜਾਂਦੇ, ਨਵੀਆਂ ਤੁਸੀਂ 5 ਬਣਾਉਣ ਨੂੰ ਫਿਰਦੇ ਆ। ਮਜ਼ਾਕ ਉਡਾਉਣਾ ਤਾਂ ਇਹਨਾਂ ਦੀ ਆਦਤ ਆ। ਜੋ ਇਹਨਾਂ ਨੇ ਮੈਂ ਤਾਂ ਇਹਨਾਂ ਨੂੰ ਇਹ ਕਹਿੰਦਾ ਵੀ ਤੁਸੀਂ ਦੱਸ ਦਿਓ 10 ਸਾਲ ਕੀ ਕੀਤਾ। ਇਹਨਾਂ ਨੇ 10 ਸਾਲ ਮੈਨੂੰ ਅਕਾਲੀ ਦਲ ਇਹ ਦੱਸ ਦੇਵੇ ਕਿ ਅਕਾਲੀ ਦਲ ਨੇ 10 ਸਾਲ ਦੇ ਵਿੱਚ ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ। ਜੇਕਰ ਕਿਸੇ ਕਿਸਾਨ ਦਾ ਕਰਜ਼ਾ ਮਾਫ ਕੀਤਾ ਹੋਵੇ ਤਾਂ ਠੀਕ ਹੈ। ਅਸੀਂ ਤਾਂ 5,64,000 ਕਿਸਾਨ ਹੋ ਗਏ, ਲਗਭਗ 10 ਲੱਖ ਕਿਸਾਨ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ, ਲਗਭਗ 6300 ਕਰੋੜ ਰੁਪਈਆ। ਕੋਈ ਛੋਟੀ ਗੱਲ ਨਹੀਂ ਹੈ। ਕਮਿਟਮੈਂਟ ਕਰਦੇ ਹੋ ਕਿ ਜਿਹੜੇ ਵਾਕਿਆ ਅੰਦਰ ਐਲਾਨ ਹੋਏ ਨੇ ਕਿਉਂਕਿ ਉਹ ਤਾਂ ਮਜ਼ਾਕ ਉਡਾ ਗਏ ਉਹ ਸਾਰੇ ਪੂਰੇ ਹੋਣਗੇ ਵਾਅਦੇ? ਬਿਲਕੁਲ 100% ਵਾਅਦੇ ਪੂਰੇ ਹੋਣਗੇ ਔਰ ਬਿਲਕੁਲ ਵਾਅਦੇ ਪੂਰੇ ਕਰਨ ਤੋਂ ਬਾਅਦ ਹੀ ਅਸੀਂ ਜਿਹੜੇ ਆ ਉਹ ਚੋਣ ਮੈਦਾਨ 'ਚ ਜਾਵਾਂਗੇ।
ਲੋ ਜੀ ਦਾਵਾ ਕਰ ਦਿੱਤਾ, ਕਹਿੰਦੇ ਕਿ ਜੋ ਕੁਝ ਬੋਲਿਆ ਉਹ ਹੋਊਗਾ, ਉਹ ਕਰਕੇ ਦਿਖਾਵਾਂਗੇ, ਸਾਰੇ ਵਾਅਦੇ ਪੂਰੇ ਹੋਣਗੇ ਲੋਕਾਂ ਦੇ ਨਾਲ ਜਿਹੜੇ ਕੀਤੇ ਨੇ। ਔਰ ਜਵਾਬਦੇਹ ਸਰਕਾਰ ਲੋਕਾਂ ਦੇ ਲਈ ਹੈ, ਕਿਉਂਕਿ ਲੋਕਾਂ ਨੇ ਚੁਣ ਕੇ ਇਹਨਾਂ ਨੂੰ ਇੱਥੇ ਭੇਜਿਆ ਤੇ ਇੱਥੇ ਕੀਤੇ ਵਾਅਦੇ ਪੂਰੇ ਤਾਂ ਕਰਨੇ ਪੈਣਗੇ। ਐਸਾ ਦਾਵਾ ਕਰਦੇ ਨੇ ਕਾਂਗਰਸ ਵਿਧਾਇਕ ਕਿ ਹਾਂ ਹਰ ਵਾਅਦਾ ਪੂਰਾ ਹੋਵੇਗਾ, ਪਰ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਸਿਰਫ ਗੱਲਾਂ ਬਾਤਾਂ ਨੇ, ਖੋਖਲਾ ਬਜਟ ਆ, ਕੱਖ ਵੀ ਨਹੀਂ ਹੈ ਜੀ। ਬਿਲਕੁਲ, ਤਾਂ ਹਾਲਾਂਕਿ ਸੱਤਾਧਾਰੀ ਪਾਰਟੀ ਦਾ ਕੰਮ ਹੁੰਦਾ ਹੈ ਦਾਵਾ ਕਰਨਾ, ਪਰ ਉਹ ਦੂਜੇ ਪਾਸੇ ਵਿਰੋਧੀਆਂ ਦਾ ਵੀ ਕੰਮ ਹੁੰਦਾ ਹੈ ਵਿਰੋਧ ਕਰਨਾ। ਸ਼ੁਕਰੀਆ ਨਪਿੰਦਰ ਇਸ तमाम ਜਾਣਕਾਰੀ ਦੇ ਲਈ। ਤਾਂ ਫਿਲਹਾਲ ਬਜਟ ਇਜਲਾਸ ਦੇ ਆਖਰੀ ਦਿਨ ਹੰਗਾਮਾ ਨਜ਼ਰ ਆ ਰਿਹਾ ਹੈ, ਬਜਟ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ ਅਕਾਲੀਆਂ ਦੇ ਵੱਲੋਂ, ਤਾਂ ਦੂਜੇ ਪਾਸੇ ਕਾਂਗਰਸ ਕਹਿ ਰਹੀ ਹੈ ਕਿ ਅਕਾਲੀ ਦਲ ਦੇ ਕੋਲ ਹੋਰ ਕੋਈ ਕੰਮ ਨਹੀਂ ਹੈ। ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਹਰੀਸ਼ ਰਾਵਤ ਨੂੰ ਮਿਲੇ ਨੇ ਨਵਜੋਤ ਸਿੰਘ ਸਿੱਧੂ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ ਹੈ। ਚੰਡੀਗੜ੍ਹ ਦੇ ਪੰਜਾਬ ਭਵਨ ਦੇ ਵਿੱਚ ਦੋਵਾਂ ਆਗੂਆਂ ਵਿਚਾਲੇ ਮੁਲਾਕਾਤ ਹੋਈ ਹੈ। ਕੱਲ ਕੈਪਟਨ ਨੂੰ ਮਿਲੇ ਸੀ ਹਰੀਸ਼ ਰਾਵਤ ਤੇ ਕੈਪਟਨ ਨੂੰ 2022 ਦਾ ਚਿਹਰਾ ਦੱਸਿਆ ਸੀ, ਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਾਫੀ ਸਿਆਸੀ ਮਾਇਨੇ ਇਸ ਮੁਲਾਕਾਤ ਦੇ ਕੱਢੇ ਜਾ ਰਹੇ ਨੇ। ਰੋਹਿਤ ਬੰਸਲ ਸਾਡੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ। ਤਾਂ ਰੋਹਿਤ, ਸਿਆਸੀ ਗਲਿਆਰਿਆਂ ਦੇ ਵਿੱਚ ਇਸ ਮੁਲਾਕਾਤ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਵੱਖ-ਵੱਖ ਮਾਇਨੇ ਇਸ ਮੁਲਾਕਾਤ ਦੇ ਕੱਢੇ ਜਾ ਰਹੇ ਨੇ, ਫਿਲਹਾਲ ਕੀ ਕੁਝ ਜਾਣਕਾਰੀ? ਜੀ ਬਿਲਕੁਲ, ਜੇਕਰ ਗੱਲ ਕਰੀ ਜਾਵੇ ਅੱਜ ਦੀ ਤਾਂ ਅੱਜ ਨਵਜੋਤ ਸਿੰਘ ਸਿੱਧੂ ਦਾ ਇੱਕ ਟਵੀਟ ਆਉਂਦਾ ਹੈ, शोर मचाने से सुर्खियां नहीं मिलती जनाब, कर्म ऐसे करो कि खामोशी भी अखबारों में छप जाए। तो इस ट्वीट तो कुछ देर बाद ही नवजोत सिद्धू दी जिहड़े पंजाब प्रभारी ने हरीश रावत उन्हां नाल मुलाकात शुरू हुंदी है। और इस मुलाकात दे विच हरीश रावत ने कुछ भी कहने तो इनकार कर दिता। हरीश रावत साफ तौर पर कह रहे थे कि मैं राजनीतिक बंदा और मैं अपनी पार्टी के बंदियां नाल मुलाकात कर सकदा, पर फिलहाल इस मुलाकात के मायने बहुत वड्डे कड्ढे जा सकते हैं, क्योंकि हुण तक काफी मुलाकातां ने जिहड़ियां नवजोत सिंह सिद्धू और हरीश रावत के विचकार हो चुकी ने। लग रहा है कि नवजोत सिंह सिद्धू को कोई वड्डी जिम्मेवारी मिल सकती है, पर लग रहा है कि कोई वड्डी जिम्मेवारी फिलहाल नवजोत सिंह सिद्धू को मिलती दिखाई नहीं दे रही। तो दूजे पासे छोटी कोई जिम्मेवारी नवजोत सिंह सिद्धू लेना नहीं चाहते, क्योंकि किते ना किते सियासी गलियारां विच चर्चा सी कि डिप्टी सीएम तक का अहुदा या पंजाब प्रधान तक का अहुदा नवजोत सिंह सिद्धू को मिल सकता, पर हाले तक किसी भी तरह की कोई अपडेट इस तरीके नाल नहीं मिली। हाले तक उही जिहड़ियां चीज़ां पहलां तो ही कायम चलदियां रही सी कायम ने। और हरीश रावत का कल एक बयान आउंदा है कि 2022 दे विच मुख्यमंत्री का चेहरा कैप्टन अमरिंदर सिंह ही हो जाएंगे। तो उस तो बाद जिहड़े अगले दिन सवेरे सवेरे ये मुलाकात बेहद अहम हो जाती, क्योंकि अगे इलैक्शन आने वाले ने और कुछ साल पहले ही नवजोत सिंह सिद्धू ने अस्तीफा दिता सी। और फिलहाल नवजोत सिंह सिद्धू एक MLA का रैंक रखते हैं, ना कि कोई कैबिनेट मंत्री का। तो साफ तौर पर यह चीज़ां मुलाकात बेहद अहम इस मुलाकात को कह सकते, क्योंकि हुण तो इलैक्शन की तैयारी शुरू कर दी गई। और दूजे पासे मुख्यमंत्री का चेहरा कैप्टन अमरिंदर सिंह कहे जा रहे हैं। तो अजिहे विच नवजोत सिंह सिद्धू की पंजाब कांग्रेस दे विच की जिम्मेवारी रहन वाली है, कि उन्होंने डिप्टी सीएम का अहुदा दिता जाता, जां उन्होंने पंजाब कांग्रेस दे विच प्रधानगी ते उहदे तों इलावा होर किहड़ी वड्डी जिम्मेवारी है जिहड़ी नवजोत सिंह सिद्धू नूं मिल सकती है। इस चीज़ को लेके अज जरूर चर्चा हुई होगी। सो देखना बेहद अहम रहने वाला कि आने वाले समय दे विच इस मुलाकात के की मायने निकलते हैं, की नवजोत सिंह सिद्धू नूं इस चीज़ का की बेनीफिट मिलने वाला और की नवी जिम्मेवारी नवजोत सिंह सिद्धू नूं मिल सकती है। जी अमृत। बिल्कुल रोहित, हालांकि नवजोत सिंह सिद्धू ते हरीश रावत दी नजदीकियां किसी तो लुकियां नहीं ने। जदों तो अपने इंचार्ज का अहुदा संभालिया उस वेले तो हरीश रावत दे वल्लों कई मुलाकातां कीतियां जा चुकियां ने, कदे बर्थडे केक लैके जांदे ने, पर गिफ्ट नवजोत सिंह सिद्धू नूं अजे तक नहीं मिलिया है। पर जेकर अंदर दी गल कीती जावे तां दिल्ली तक मुलाकातां दा दौर चल रहा है, यानी कि हुण तां चलो डिप्टी सीएम इस बार तां पीरियड ही खत्म हो रहा है, पर अगली बार कोई वड्डी जिम्मेवारी नवजोत सिंह सिद्धू नूं मिल सकती है, इस तो मुनकर नहीं होया जा सकता, क्योंकि सिद्धू भी हुण एक्टिव होना शुरू हो गए ने। बिल्कुल, जेकर गल करी जावे अमृत, अगली वारी दी हाले भी उड़ीक करनी बहुत देरी कह सकते हैं, क्योंकि 22 दे विच इलैक्शन होने हैं, किस दी सरकार बनती है, कौन अगे आउंदा वो फिलहाल समा दसेगा। पर जिस तरह मुलाकात हाले तक भी 2022 दे विच देखा जाए तो करीब 1 साल का समा सी कह सकते हैं, क्योंकि फरवरी दे विच इलैक्शन होने तो करीब 7 ਤੋਂ 8 महीने का समा, क्योंकि जेकर इसे साल दे विच ही कोई नवजोत सिंह सिद्धू नूं जिम्मेवारी मिलती है, इसे साल दे विच जेकर नवजोत सिंह सिद्धू पंजाब कांग्रेस के प्रधान बनते हैं, या चाहे 8 महीने वाली वन डिप्टी सीएम के अहुदे ते लिआंदे जांदे ने, तां ही अगे जाके नवजोत सिंह सिद्धू दे विच असीं कह सकते कि उत्साह बन सकदा या नवजोत सिंह सिद्धू उस तरीके नाल प्रचार कर सकते हैं। जेकर नवजोत सिंह सिद्धू नूं इस टर्म दे विच कोई वड्डी जिम्मेवारी नहीं मिलती, तां नवजोत सिंह सिद्धू 2022 दे इलैक्शन दे विच उस तरीके नाल चेहरा सामने आके पेश नहीं करनगे जिस तरीके नाल 2017 दे विच एक चेहरा बन के सामने आ रहा सी। लग रहा सी कि नवजोत सिंह सिद्धू शायद डिप्टी सीएम होणगे या नवजोत सिंह सिद्धू नूं कोई वड्डी जिम्मेवारी दी जाऊगी, पर 2019 दे इलैक्शन तो बाद उल्टा नवजोत सिंह सिद्धू दे एक तरीके नाल एक एक्शन लिया गया। उन्हां दे जिहड़े विभाग से उन्होंने चेंज कर दिता गया, उन्होंने बिजली विभाग की ऑफर की गई, पर उन्होंने इस चीज़ को ठुकरा दिता और साफ तौर पर कह दिता कि मैं बिजली मंत्री नहीं बनना, मैं जिहड़े मेरे पुराने डिपार्टमेंट सी मैं उन्हां ते ही कायम रहन वाला हां। सो उस तो
ਬਾਅਦ ਜਿਹੜੀ तमाम ਜਿਹੜੇ ਉਹ ਅਸਤੀਫਾ ਦੇ ਦਿੱਤਾ, ਉਹ ਆਪਣਾ ਅਸਤੀਫਾ ਸਿੱਧਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਔਰ ਕਰੀਬ 1-1.5 ਮਹੀਨੇ ਬਾਅਦ ਇਸ ਚੀਜ਼ ਦਾ ਖੁਲਾਸਾ ਕੀਤਾ ਕਿ ਮੈਂ ਅਸਤੀਫਾ ਦੇਣ ਜਾ ਰਿਹਾ ਹਾਂ ਔਰ ਇਸ ਚੀਜ਼ ਦੇ ਨਾਲ ਹੀ ਉਸ ਤੋਂ ਬਾਅਦ ਪੰਜਾਬ ਦੇ ਸੀਐਮ ਨੂੰ ਵੀ ਅਸਤੀਫਾ ਭੇਜਿਆ, ਜਿਸ ਨੂੰ ਐਕਸੈਪਟ ਕਰ ਲਿਆ। ਸੋ ਦੇਖਣਾ ਬੇहद ਅਹਿਮ ਰਹਿਣ ਵਾਲਾ ਕਿ ਆਉਣ ਵਾਲੇ ਸਮੇਂ ਵਿੱਚ ਕਿਹੜੀ ਜ਼ਿੰਮੇਵਾਰੀ ਜਿਹੜੀ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾ ਸਕਦੀ ਹੈ। ਬਿਲਕੁਲ ਕੀ ਕੁਝ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕਿਸ ਤਰ੍ਹਾਂ ਦੀ ਸਿਆਸੀ ਕਰਵਟ ਹੁੰਦੀ ਹੈ। ਰੋਹਿਤ ਇਸ ਤੇ ਨਜ਼ਰ ਬਣੀ ਹੋਈ ਹੈ। ਸ਼ੁਕਰੀਆ ਇਸ तमाम ਜਾਣਕਾਰੀ ਦੇ ਲਈ। ਤਾਂ ਹਰੀਸ਼ ਰਾਵਤ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ ਹੈ। ਇਸ ਮੁਲਾਕਾਤ ਦੇ ਵਿੱਚ ਕੀ ਕੁਝ ਹੋਇਆ, ਕੀ ਗੱਲਬਾਤ ਹੋਈ ਹੈ, ਥੋੜੀ ਦੇਰ ਦੇ ਵਿੱਚ ਤੁਹਾਨੂੰ ਉਹ ਵੀ ਸੁਣਾਵਾਂਗੇ। ਤਾਂ ਪਰ ਫਿਲਹਾਲ ਇਸ ਮੁਲਾਕਾਤ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਛਿੜ ਗਈ ਹੈ। ਕੱਲ ਕੈਪਟਨ ਦੇ ਨਾਲ ਮੁਲਾਕਾਤ ਕੀਤੀ ਸੀ ਹਰੀਸ਼ ਰਾਵਤ ਨੇ ਤੇ ਹਰੀਸ਼ ਰਾਵਤ ਨੇ ਕੈਪਟਨ ਨੂੰ ਹੀ 2022 ਦਾ ਚਿਹਰਾ ਦੱਸਿਆ ਸੀ। ਇਸ ਮੁਲਾਕਾਤ ਦੇ ਕਿਸ ਤਰ੍ਹਾਂ ਦੇ ਮਾਇਨੇ ਨੇ, ਇਹ ਮੁਲਾਕਾਤ ਕਿੰਨੀ ਅਹਿਮ ਹੈ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿਸ ਤਰ੍ਹਾਂ ਦੇ ਵਿਚਾਰ ਨੇ, ਕੀ ਪਾਰਟੀ ਸੋਚ ਰਹੀ ਹੈ, ਇਸ ਦੇ ਬਾਰੇ ਹਰੀਸ਼ ਰਾਵਤ ਕੀ ਕਹਿੰਦੇ ਨੇ, ਉਹ ਵੀ ਥੋੜੀ ਦੇਰ ਦੇ ਵਿੱਚ ਤੁਹਾਨੂੰ ਸੁਣਾਵਾਂਗੇ। ਪਰ ਇਹ ਮੁਲਾਕਾਤ ਜੋ ਹੈ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਕਾਫੀ ਸਮੇਂ ਤੱਕ ਹਾਲਾਂਕਿ ਚੁੱਪੀ ਸਾधी ਰੱਖੀ ਉਹਨਾਂ ਨੇ, ਪਰ ਹੁਣ ਦੁਬਾਰਾ ਤੋਂ ਉਹਨਾਂ ਨੇ ਸਰਗਰਮੀ ਜੋ ਦਿਖਾਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਵੀ ਹਿੱਸਾ ਲੈਣ ਦੇ ਲਈ ਪਹੁੰਚੇ। ਪ੍ਰੈਸ ਕਾਨਫਰੰਸ ਵੀ ਬਕਾਇਦਾ ਕੀਤੀ ਗਈ ਕਿਉਂਕਿ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਸੀ। ਉਸ ਮੀਡੀਆ ਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਨਵਜੋਤ ਸਿੰਘ ਸਿੱਧੂ ਨੇ। ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਜੋ ਗੱਲਬਾਤ ਕੀਤੀ ਤਾਂ ਹੁਣ ਦੁਬਾਰਾ ਐਕਟਿਵ ਹੋ ਰਹੇ ਨੇ ਨਵਜੋਤ ਸਿੰਘ ਸਿੱਧੂ। ਤਾਂ ਫਿਲਹਾਲ ਅਸੀਂ ਰੁਕ ਕਰਦੇ ਹਾਂ ਪੰਕਜ ਕਪਾਹੀ ਸਾਡੇ ਸਹਿਯੋਗੀ ਜਿਨ੍ਹਾਂ ਦੇ ਨਾਲ ਨੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ। ਪੰਕਜ, ਓਵਰ ਟੂ ਯੂ। ਕੱਲ ਮੁੱਖ ਮੰਤਰੀ ਨਾਲ ਮੁਲਾਕਾਤ ਹੋਈ ਔਰ ਅੱਜ ਹਰੀਸ਼ ਰਾਵਤ ਹੋਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲੇ ਨੇ ਔਰ ਹਰੀਸ਼ ਰਾਵਤ ਹੋਰਾਂ ਨਾਲ ਗੱਲਬਾਤ ਕਰ ਲੈਣੇ। ਰਾਵਤ ਸਾਹਿਬ, ਰਾਤ ਨੂੰ ਤੁਹਾਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਕੈਬਨਿਟ 'ਚ ਕੋਈ ਵਿਸਤਾਰ ਹੋਏਗਾ ਜਾਂ ਕੈਬਨਿਟ ਦੇ ਵਿੱਚ ਕੋਈ ਬਦਲਾਅ ਹੋਏਗਾ। ये केवल कैप्टन बता सकते हैं, ये मेरा अधिकार क्षेत्र नहीं है। जहाँ तक सवाल रहा सिद्धू साहब के मुझसे मिलने का, एक औपचारिक भेंट थी, शिष्टाचार भेंट थी और कल मैं बधाई देने के लिए कैप्टन साहब से मिला क्योंकि बहुत अच्छा बजट आया, बल्कि मैं मनप्रीत बादल से भी मिलना चाहता था। करके दूसरी बार मिलूंगा। ये वंडरफुल बजट। मैं ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕੀ ਹੋਈ? ਤੁਸੀਂ ਪਿਛਲੀ ਵਾਰ ਜਦੋਂ ਚੰਡੀਗੜ੍ਹ ਆਏ ਸੀ ਉਦੋਂ ਤੁਸੀਂ ਕਿਹਾ ਸੀਗਾ ਕਿ ਜਲਦ ਜ਼ਿੰਮੇਵਾਰੀ ਮਿਲੇਗੀ, ਕੋਈ ਜ਼ਿੰਮੇਵਾਰੀ ਮਿਲੇਗੀ? देखिए, ऐसा व्यक्ति जो नवजोत सिद्धू हो, उसको यदि हम उपयोग नहीं कर रहे हैं और जब तक हम उपयोग नहीं करेंगे वो मेरी भी विफलता मानी जाएगी। कैप्टन एज ए कैप्टन भी जो है, क्योंकि उन्हीं को उनका उपयोग करना है, किस स्पॉट पर करना है, किस सेक्टर में करना है, वो जो है उनकी ਰਾਏ ਲੈ ਕਰਕੇ ਕरेंगे। ਡਾਕਟਰ ਸਾਹਿਬ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਪਾਵਰ ਮਹਿਕਮਾ ਖਾਲੀ ਪਿਆ, ਬਿਜਲੀ ਮਹਿਕਮਾ ਖਾਲੀ ਪਿਆ, ਉਹ ਨਵਜੋਤ ਸਿੰਘ ਸਿੱਧੂ ਆ ਕੇ ਜਦੋਂ ਮਰਜ਼ੀ ਜੁਆਇਨ ਕਰ ਲੈਣ। ਨਵਜੋਤ ਸਿੰਘ ਸਿੱਧੂ ਤੁਹਾਨੂੰ ਕੀ ਕਹਿ ਰਹੇ? ਪਾਵਰ ਮਹਿਕਮਾ ਉਹ ਲੈਣਾ ਨਹੀਂ ਚਾਹ ਰਹੇ, ਕੀ ਚਾਹੁੰਦੇ ਕੀ ਨੇ ਉਹ? ਡਿਪਟੀ ਸੀਐਮ ਬਣਨਾ ਚਾਹੁੰਦੇ ਨੇ, ਪ੍ਰਧਾਨ ਬਣਨਾ ਚਾਹੁੰਦੇ ਨੇ, ਜਾਂ ਫਿਰ ਉਹ ਚਾਹੁੰਦੇ ਕੀ ਨੇ? वो कांग्रेस का भला चाहते, ਕਿਸ ਤਰੀਕੇ ਦੇ ਨਾਲ? और पंजाब में कांग्रेस को और पंजाब का भला चाहते और कैप्टन साहब के साथ मिल करके भाई की तरीके से काम करते हुए चाहते। जब बातें सॉल्व होंगी तो आपको एक साथ जो है, जो बात आज बड़ी कठिन दिखाई दे रही है वो आपको बहुत सरल दिखाई देगी। हम उस कोशिश में लगे। ਤੁਸੀਂ ਕਿਹਾ कि बातें सोल्व होंगी, कैसी बातें, कहाँ पेच फंसा हुआ, किस बात पे सोल्व करना बाकी है? बहुत सारी चीज़ें आप जानते हैं कि बहुत कॉम्प्लिकेशंस खड़े हुए हैं बीच में और लोगों ने उन चीज़ों को बढ़ाने की कोशिश की है। सब चीज़ें रिजॉल्व हो रही हैं और राइट डायरेक्शन में रिजॉल्व हो रही हैं। डॉक्टर साहब, लेकिन सिद्धू के मन में है क्या? आखिरी सवाल, सिद्धू के मन में है क्या? अब हो गया। तो हरीश रावत साफ तौर पे कह रहे ने कि ਮੁੱਦਾ ਸੋਲਵ ਕਰਨਾ ਚਾਹ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਦਾ ਇਸਤੇਮਾਲ ਕਰਨਾ ਚਾਹ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਦਾ ਇਸਤੇਮਾਲ ਕਿੱਥੇ ਹੋਏਗਾ, ਕਿ ਕੈਬਨਿਟ ਦੇ ਵਿੱਚ ਵਾਪਸੀ ਹੋਏਗੀ ਔਰ ਕਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਸੋਲਵ ਹੋਣ ਵਾਲੀਆਂ ਨੇ ਔਰ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਕੀ ਹੋਏਗੀ, तमाम ਸਵਾਲ ਨੇ। ਔਰ ਹਰੀਸ਼ ਰਾਵਤ ਜਦੋਂ ਦੇ ਪ੍ਰਭਾਰੀ ਬਣੇ ਨੇ ਉਦੋਂ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਾਪਸ ਇੱਕ ਟੇਬਲ ਤੇ ਲਿਆਂਦਾ ਜਾ ਸਕੇ, ਵਾਪਸ ਇਹਨਾਂ ਨੂੰ ਇਕੱਠੇ ਕੀਤਾ ਜਾ ਸਕੇ ਔਰ ਮਸਲੇ ਦਾ ਹੱਲ ਜਿਹੜਾ ਵਾ ਉਹ ਲੱਭਣ ਦੀ ਕੋਸ਼ਿਸ਼ ਦੇ ਵਿੱਚ ਹਰੀਸ਼ ਰਾਵਤ ਹੋਰੀ ਜਿਹੜੇ ਨੇ ਉਹ ਲੱਗੇ ਹੋਏ ਨੇ।
ਹਾਂ ਬਿਲਕੁਲ, ਤਾਂ ਮੁਲਾਕਾਤਾਂ ਦਾ ਦੌਰ ਵੀ ਜਾਰੀ ਹੈ। ਤਾਂ ਇਸ ਤੋਂ ਪਹਿਲਾਂ ਵੀ ਪੰਕਜ ਕਈ ਵਾਰ ਹਰੀਸ਼ ਰਾਵਤ ਆਪਣੇ ਤੌਰ ਤੇ ਮੁਲਾਕਾਤ ਕਰ ਚੁੱਕੇ ਨੇ ਤੇ ਜਿਹੜੀ ਗੱਲ ਉਹਨਾਂ ਨੇ ਹੁਣ ਦੁਹਰਾਈ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰਾ ਨੇ, ਪੰਜਾਬ ਦੇ ਵਿੱਚ ਖਾਸ ਨਾਮ ਰੱਖਦੇ ਨੇ, ਦੇਸ਼ ਦੇ ਵਿੱਚ ਨਾਮ ਰੱਖਦੇ ਨੇ ਤੇ ਅਜਿਹੇ ਦੇ ਵਿੱਚ ਉਹਨਾਂ ਦਾ ਇਸਤੇਮਾਲ ਨਾ ਕੀਤਾ ਜਾਣਾ, ਉਪਯੋਗ ਨਾ ਕੀਤਾ ਜਾਣਾ, ਇਹ ਚੰਗੀ ਗੱਲ ਨਹੀਂ ਹੈ ਤੇ ਇਸ ਲਈ ਪਾਰਟੀ ਦੇ ਲਈ ਵੀ ਚੰਗਾ ਹੋਵੇਗਾ ਜੇਕਰ ਉਹਨਾਂ ਦਾ ਉਪਯੋਗ ਕੀਤਾ ਜਾਵੇ। ਸ਼ੁਕਰੀਆ ਪੰਕਜ ਫਿਲਹਾਲ ਇਸ तमाम ਗੱਲਬਾਤ ਦੇ ਲਈ, ਇਸ ਪੂਰੀ ਜਾਣਕਾਰੀ ਦੇ ਲਈ। ਤਾਂ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਸ ਤੋਂ ਬਾਅਦ ਨਿਊਜ਼ 18 ਪੰਜਾਬ ਦੇ ਨਾਲ ਐਕਸਕਲੂਸਿਵ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਕੀ ਗੱਲਬਾਤ ਹੋਈ ਹੈ। ਸਿੱਧੂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ, ਸਿੱਧੂ ਦਾ ਉਪਯੋਗ ਪਾਰਟੀ ਨੂੰ ਕਰਨਾ ਚਾਹੀਦਾ ਹੈ, ਇਸ ਦਾ ਪਾਰਟੀ ਨੂੰ ਫਾਇਦਾ ਹੋਵੇਗਾ, ਇਹ ਕਹਿੰਦੇ ਜ਼ਰੂਰ ਨਜ਼ਰ ਆਏ ਨੇ ਹਰੀਸ਼ ਰਾਵਤ। ਪਰ ਫਿਲਹਾਲ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਕੀ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਜਾਂ ਫਿਰ ਨਹੀਂ। ਤਾਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਹੋਈ ਹੈ। ਮੁਲਾਕਾਤ ਦੇ ਸਿਆਸੀ ਮਾਇਨੇ ਜੋ ਕੱਢੇ ਜਾ ਰਹੇ ਨੇ ਕਾਫੀ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਵੀ ਦੁਬਾਰਾ ਸਰਗਰਮੀ ਜੋ ਹੈ ਉਹ ਵੱਧ ਗਈ ਹੈ। ਤਾਂ ਦੂਜੇ ਪਾਸੇ ਹਰੀਸ਼ ਰਾਵਤ ਦੀ ਸ਼ੁਰੂ ਤੋਂ ਜਦੋਂ ਤੋਂ ਇੰਚਾਰਜ ਬਣੇ ਨੇ ਕੋਸ਼ਿਸ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਦੀਆਂ ਦੂਰੀਆਂ ਖਤਮ ਕਰਕੇ ਦੁਬਾਰਾ ਇੱਕ ਨਾਲ ਦੋਵਾਂ ਨੂੰ ਜੋ ਇਕੱਠੇ ਲਿਆਂਦਾ ਜਾਵੇ, ਇੱਕ ਮੰਚ ਤੇ, ਇੱਕ ਸਟੇਜ ਤੇ, ਇੱਕ ਟੇਬਲ ਤੇ ਦੋਵਾਂ ਨੂੰ ਇਕੱਠੇ ਕੀਤਾ ਜਾਵੇ। ਤਾਂ ਹਾਲਾਂਕਿ ਨਵਜੋਤ ਸਿੰਘ ਸਿੱਧੂ ਵੀ ਜ਼ਰੂਰ ਹੁਣ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ, ਵਿਧਾਨ ਸਭਾ ਦਾ ਹਿੱਸਾ ਬਣਦੇ ਨੇ, ਪ੍ਰੈਸ ਕਾਨਫਰੰਸ ਕਰਦੇ ਨੇ, ਕਹਿੰਦੇ ਨੇ ਕਿ ਕੇਂਦਰ ਤਾਂ ਕੁਝ ਨਹੀਂ ਕਰੇਗਾ, ਪੰਜਾਬ ਸਰਕਾਰ ਨੂੰ ਹੀ ਕੁਝ ਕਰਨਾ ਪਵੇਗਾ, ਯਾਨੀ ਕਿ ਸਿੱਧੇ ਤੌਰ ਤੇ ਕੈਪਟਨ ਦੇ ਵੱਲ ਦੇਖਦੇ ਨੇ ਕਿ ਕੈਪਟਨ ਨੂੰ ਹੀ ਕੁਝ ਕਰਨਾ ਪਵੇਗਾ ਖੇਤੀ ਕਾਨੂੰਨਾਂ ਤੇ। ਤਾਂ ਦੂਜੇ ਪਾਸੇ ਸਿੱਧੂ ਦੀ ਭੂਮਿਕਾ ਨੂੰ ਲੈ ਕੇ ਜੋ ਹਮੇਸ਼ਾ ਇੱਕ ਸਵਾਲ ਰਹਿੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਜਦੋਂ ਲੋਕਲ ਬੋਡੀ ਮਿਨਿਸਟਰੀ ਵਾਪਸ ਲਈ ਗਈ ਸੀ ਤਾਂ ਉਦੋਂ ਤੋਂ ਹੀ ਸਿੱਧੂ ਦੀ ਨਾਰਾਜ਼ਗੀ ਮੰਤਰੀ ਨਾਲ ਮੁਲਾਕਾਤ ਹੋਈ ਔਰ ਅੱਜ ਹਰੀਸ਼ ਰਾਵਤ ਹੋਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲੇ ਨੇ ਔਰ ਹਰੀਸ਼ ਰਾਵਤ ਹੋਰਾਂ ਨਾਲ ਗੱਲਬਾਤ ਕਰ ਲੈਣੇ। ਰਾਵਤ ਸਾਹਿਬ, ਰਾਤ ਨੂੰ ਤੁਹਾਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਕੈਬਨਿਟ 'ਚ ਕੋਈ ਵਿਸਤਾਰ ਹੋਏਗਾ ਜਾਂ ਕੈਬਨਿਟ ਦੇ ਵਿੱਚ ਕੋਈ ਬਦਲਾਅ ਹੋਏਗਾ? ये केवल कैप्टन बता सकते हैं, ये मेरा अधिकार क्षेत्र नहीं है। जहाँ तक सवाल रहा सिद्धू साहब के मुझसे मिलने का, एक औपचारिक भेंट थी, शिष्टाचार भेंट थी। और कल मैं बधाई देने के लिए कैप्टन साहब से मिला क्योंकि बहुत अच्छा बजट आया, बल्कि मैं मनप्रीत बादल से भी मिलना चाहता था, करके दूसरी बार मिलूंगा। ये वंडरफुल बजट। मैं ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕੀ ਹੋਈ? ਤੁਸੀਂ ਪਿਛਲੀ ਵਾਰ ਜਦੋਂ ਚੰਡੀਗੜ੍ਹ ਆਏ ਸੀ ਉਦੋਂ ਤੁਸੀਂ ਕਿਹਾ ਸੀਗਾ ਕਿ ਜਲਦ ਜ਼ਿੰਮੇਵਾਰੀ ਮਿਲੇਗੀ, ਕੋਈ ਜ਼ਿੰਮੇਵਾਰੀ ਮਿਲੇਗੀ? देखिए, ऐसा व्यक्ति जो नवजोत सिद्धू हो, उसको यदि हम उपयोग नहीं कर रहे हैं और जब तक हम उपयोग नहीं करेंगे वो मेरी भी विफलता मानी जाएगी। कैप्टन एज ए कैप्टन भी जो है, क्योंकि उन्हीं को उनका उपयोग करना है, किस स्पॉट पर करना है, किस सेक्टर में करना है, वो जो है उनकी ਰਾਏ ਲੈ ਕਰਕੇ ਕरेंगे। ਡਾਕਟਰ ਸਾਹਿਬ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਪਾਵਰ ਮਹਿਕਮਾ ਖਾਲੀ ਪਿਆ, ਬਿਜਲੀ ਮਹਿਕਮਾ ਖਾਲੀ ਪਿਆ, ਉਹ ਨਵਜੋਤ ਸਿੰਘ ਸਿੱਧੂ ਆ ਕੇ ਜਦੋਂ ਮਰਜ਼ੀ ਜੁਆਇਨ ਕਰ ਲੈਣ। ਨਵਜੋਤ ਸਿੰਘ ਸਿੱਧੂ ਤੁਹਾਨੂੰ ਕੀ ਕਹਿ ਰਹੇ? ਪਾਵਰ ਮਹਿਕਮਾ ਉਹ ਲੈਣਾ ਨਹੀਂ ਚਾਹ ਰਹੇ, ਕੀ ਚਾਹੁੰਦੇ ਕੀ ਨੇ? ਉਹ ਡਿਪਟੀ ਸੀਐਮ ਬਣਨਾ ਚਾਹੁੰਦੇ ਨੇ, ਪ੍ਰਧਾਨ ਬਣਨਾ ਚਾਹੁੰਦੇ ਨੇ, ਜਾਂ ਫਿਰ ਉਹ ਚਾਹੁੰਦੇ ਕੀ ਨੇ? वो कांग्रेस का भला चाहते, किस तरीके से? और पंजाब में कांग्रेस को, पंजाब का भला चाहते और कैप्टन साहब के साथ मिल करके भाई की तरीके से काम करते हुए चाहते। जब बातें सॉल्व होंगी तो आपको एक साथ जो है, जो बात आज बड़ी कठिन दिखाई दे रही है वो आपको बहुत सरल दिखाई देगी। हम उस कोशिश में लगे। तुझे क्या कि बातें सॉल्व होंगी, कैसी बातें, कहाँ पेच फंसा हुआ, किस बात पे सोल्व करना बाकी है? बहुत सारी चीज़ें आप जानते हैं कि बहुत कॉम्प्लिकेशंस खड़े हुए हैं बीच में और लोगों ने उन चीज़ों को बढ़ाने की कोशिश की है। तो सब चीज़ें रिजॉल्व हो रही हैं और राइट डायरेक्शन में रिजॉल्व हो रही हैं। डॉक्टर साहब, लेकिन सिद्धू के मन में है क्या? आखिरी सवाल, सिद्धू के मन में है क्या? अब हो गया। तो हरीश रावत साफ तौर पे कह रहे ने कि ਮੁੱਦਾ ਸੋਲਵ ਕਰਨਾ ਚਾਹ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਦਾ ਇਸਤੇਮਾਲ ਕਰਨਾ ਚਾਹ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਦਾ ਇਸਤੇਮਾਲ ਕਿੱਥੇ ਹੋਏਗਾ, ਕਿ ਕੈਬਨਿਟ ਦੇ ਵਿੱਚ ਵਾਪਸੀ ਹੋਏਗੀ ਔਰ ਕਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਸੋਲਵ ਹੋਣ ਵਾਲੀਆਂ ਨੇ। ਔਰ
2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਕੀ ਹੋਏਗੀ, तमाम ਸਵਾਲ ਨੇ। ਔਰ ਹਰੀਸ਼ ਰਾਵਤ ਜਦੋਂ ਦੇ ਪ੍ਰਭਾਰੀ ਬਣੇ ਨੇ ਉਦੋਂ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਾਪਸ ਇੱਕ ਟੇਬਲ ਤੇ ਲਿਆਂਦਾ ਜਾ ਸਕੇ, ਵਾਪਸ ਇਹਨਾਂ ਨੂੰ ਇਕੱਠੇ ਕੀਤਾ ਜਾ ਸਕੇ ਔਰ ਮਸਲੇ ਦਾ ਹੱਲ ਜਿਹੜਾ ਵਾ ਉਹ ਲੱਭਣ ਦੀ ਕੋਸ਼ਿਸ਼ ਦੇ ਵਿੱਚ ਹਰੀਸ਼ ਰਾਵਤ ਹੋਰੀ ਜਿਹੜੇ ਨੇ ਉਹ ਲੱਗੇ ਹੋਏ ਨੇ। ਤਾਂ ਫਿਲਹਾਲ ਹਰੀਸ਼ ਰਾਵਤ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਇਸਤੇਮਾਲ ਪਾਰਟੀ ਦੇ ਲਈ ਬਹੁਤ ਜ਼ਰੂਰੀ ਹੈ, ਉਹਨਾਂ ਦਾ ਉਪਯੋਗ ਕਰਨਾ। ਤੇ ਫਿਲਹਾਲ ਨਵਜੋਤ ਸਿੰਘ ਸਿੱਧੂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਪਾਰਟੀ ਦਿੰਦੀ ਹੈ, ਇਸ ਤੇ ਵੀ ਨਜ਼ਰ ਬਣੀ ਹੋਈ ਹੈ, ਕਿਉਂਕਿ ਮੁਲਾਕਾਤਾਂ ਦਾ ਦੌਰ ਵੀ ਜਾਰੀ ਹੈ। ਪਿਛਲੇ ਦਿਨ ਦਿੱਲੀ ਦੇ ਵਿੱਚ ਵੀ ਜਾ ਕੇ ਹਾਈ ਕਮਾਂਡ ਦੇ ਨਾਲ ਮੁਲਾਕਾਤ ਕੀਤੀ ਸੀ ਨਵਜੋਤ ਸਿੰਘ ਸਿੱਧੂ ਨੇ। ਉਸ ਵੇਲੇ ਵੀ ਹਰੀਸ਼ ਰਾਵਤ ਜੋ ਨਾਲ ਮੌਜੂਦ ਰਹੇ ਤੇ ਹੁਣ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਈ ਹੈ ਹਰੀਸ਼ ਰਾਵਤ ਤੇ ਨਵਜੋਤ ਸਿੰਘ ਸਿੱਧੂ ਦੀ। ਤੇ ਇੱਕ ਵਾਰ ਫਿਰ ਤੋਂ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ, ਜਿਸ ਦਾ ਅੱਜ ਆਖਰੀ ਦਿਨ ਹੈ ਤੇ ਆਖਰੀ ਦਿਨ ਵੀ ਜ਼ਬਰਦਸਤ ਹੰਗਾਮੇ ਦੇ ਨਾਲ ਸ਼ੁਰੂਆਤ ਹੋਈ ਹੈ। ਵਿਧਾਨ ਸਭਾ ਦੇ ਬਾਹਰ ਸਿਆਸੀ ਸੰਗਰਾਮ ਦੇਖਣ ਨੂੰ ਮਿਲਿਆ ਵਿਰੋਧੀਆਂ ਦਾ। ਅਕਾਲੀ ਦਲ ਨੇ ਕੈਪਟਨ ਸਰਕਾਰ ਦੇ ਖਿਲਾਫ ਮੁਜ਼ਾਹਰਾ ਕੀਤਾ ਤੇ ਸਰਕਾਰ ਦੀਆਂ ਝੂਠਾਂ ਦੀਆਂ ਪੰਡਾਂ ਨਾਲ ਪ੍ਰਦਰਸ਼ਨ ਕੀਤਾ। ਬਜਟ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਅਕਾਲੀ ਵਿਧਾਇਕਾਂ ਦੇ ਵੱਲੋਂ ਤੇ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਵੱਲੋਂ ਵੀ ਵਿਧਾਨ ਸਭਾ ਤੱਕ ਪੈਦਲ ਮਾਰਚ ਕੀਤਾ ਗਿਆ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਗਈ ਲੋਕ ਇਨਸਾਫ ਪਾਰਟੀ ਦੇ ਵੱਲੋਂ। ਸਰਕਾਰ ਦਾ ਪਿੱਠ ਤੇ ਆਪਾਂ ਕਹਿੰਦੇ ਕਰ ਰਹੇ ਆ। ਮਨਪ੍ਰੀਤ ਆਲੀ ਨੇ, ਮਨਪ੍ਰੀਤ ਆਲੀ ਜੀ ਆ ਵੱਖ-ਵੱਖ ਤਰ੍ਹਾਂ ਦੀਆਂ ਤਖਤੀਆਂ ਲੈ ਕੇ ਪਹੁੰਚ ਗਏ ਹੋ। ਦੇਖੋ, ਜੋ ਇਹਨਾਂ ਨੇ ਝੂਠੇ ਵਾਅਦੇ ਕੀਤੇ ਸੀਗੇ ਉਹਦੇ ਵਿੱਚ ਇਹਨਾਂ ਨੇ ਕਿਸਾਨ ਨੂੰ ਵੀ ਮਾਰਿਆ, ਇਹਨਾਂ ਨੇ ਮੁਲਾਜ਼ਮਾਂ ਨੂੰ ਵੀ ਮਾਰਿਆ। ਸੋ ਇਹ ਹਾਲਾਤ ਅੱਜ ਪੈਦਾ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਮਨਪ੍ਰੀਤ ਬਾਦਲ ਨੇ, ਕਿਉਂਕਿ ਜਿਹੜਾ ਬਜਟ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ, ਸਿਰਫ ਲੋਕਾਂ ਨੂੰ ਝੂਠੇ ਲਾਰੇ ਨੇ, ਝੂਠਾ ਗੁੰਮਰਾਹ ਕੀਤਾ ਗਿਆ। ਸੋ ਇਸੇ ਲਈ ਜਿਹੜੀਆਂ ਬਜਟ ਦੀਆਂ ਅੱਜ ਕਾਪੀਆਂ ਵੀ ਜਿਹੜੀਆਂ ਸਾੜੀਆਂ ਜਾ ਰਹੀਆਂ ਨੇ। ਸੋ ਇਸ ਲਈ ਅੱਜ ਕਿਸਾਨ ਦੀ ਸਭ ਤੋਂ ਮਾੜੀ ਹਾਲਤ ਅੱਜ ਡਟ ਕੇ ਕਿਉਂ ਲੋੜ ਆ ਕਿਸਾਨ ਦੀ। ਸੋ ਕਿਉਂਕਿ ਅੱਜ ਕਿਸਾਨ ਜਿੱਥੇ ਅੰਦੋਲਨ ਕਰ ਰਿਹਾ ਵਾ, ਉੱਥੇ ਅੱਜ ਇਸ ਮੌਕੇ ਤੇ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਹੋਣਾ, ਚਾਹੇ ਉਹ ਆੜ੍ਹਤੀਆਂ ਦਾ, ਚਾਹੇ ਬੈਂਕਾਂ ਦਾ, ਚਾਹੇ ਉਹ ਸੁਸਾਇਟੀਆਂ ਦਾ, ਬੜਾ ਜ਼ਰੂਰੀ ਸੀ। ਲੇਕਿਨ ਇਹਨਾਂ ਨੇ ਕਿਸੇ ਦੀ ਬਾਂਹ ਨਹੀਂ ਫੜੀ। ਕੱਲ੍ਹ ਪਰਸੋਂ ਆਂਗਨਵਾੜੀ ਵਰਕਰ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੀਆਂ ਸੀ, ਉਹਨਾਂ ਨਾਲ ਜੋ ਧੱਕਾ ਹੋਇਆ, ਉਹਨਾਂ ਦੀ ਮਾਰ ਕੁਟਾਈ ਕੀਤੀ ਗਈ, ਉਹਨਾਂ ਚੁੰਨੀਆਂ ਲਾਈਆਂ ਗਈਆਂ, ਉਹਦੀ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ। ਸੋ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਅੱਜ ਤੱਕ। ਸੋ ਇਸ ਲਈ ਹਰ ਵਰਗ ਨੂੰ ਇਹਨਾਂ ਨੇ ਗੁੰਮਰਾਹ ਕੀਤਾ ਤੇ ਅੱਜ ਮਾੜਾ ਹਾਲ ਆ ਪੰਜਾਬ ਦਾ। ਤੇ ਸਰਕਾਰ ਤੋਂ ਲੋਕਾਂ ਨੂੰ ਕੋਈ ਆਸ ਨਹੀਂ, ਲੋਕ ਉਡੀਕ ਰਿਹਾ ਕਦੋਂ 22 ਦੀ ਇਲੈਕਸ਼ਨ ਆਵੇ ਤੇ ਸਰਕਾਰ ਤੋਂ ਖੜਾ ਛਡਾਈਏ। ਬਜਟ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ, ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਬਜਟ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ। ਜਿਹੜਾ ਬਜਟ ਪੰਜਾਬ ਵਿਧਾਨ ਸਭਾ ਦੇ ਅੰਦਰ ਪੇਸ਼ ਕੀਤਾ ਗਿਆ ਉਸ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ, ਕਿਉਂਕਿ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਔਰ ਲਗਾਤਾਰ ਇਸ ਬਜਟ ਨੂੰ ਖੋਖਲਾ ਬਜਟ ਦੱਸਿਆ ਜਾ ਰਿਹਾ ਹੈ ਵਿਰੋਧੀ ਧਿਰਾਂ ਦੇ ਵੱਲੋਂ। ਤਾਂ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਬਜਟ ਦੀਆਂ ਕਾਪੀਆਂ ਇੱਥੇ ਸਾੜੀਆਂ ਗਈਆਂ ਨੇ। ਵਿਕਰਮ ਮਜੀਠੀਆ ਸਾਡੇ ਨਾਲ। ਮਜੀਠੀਆ ਸਾਹਿਬ, ਬਜਟ ਦੀਆਂ ਕਾਪੀਆਂ ਵੀ ਸਾੜਤੀਆਂ, ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ। ਅੱਜ ਦਾ ਮੇਨ ਏਜੰਡਾ ਦੇਖੋ ਕੀ ਸੀ ਕਿ 5 ਅਖੀਰਲਾ ਬਜਟ ਹੈ ਸਰਕਾਰ ਦਾ। 5 ਬਜਟਾਂ 'ਚ ਤੁਹਾਡੇ ਤੋਂ ਕਿਸਾਨ ਕਰਜ਼ਾ ਮਾਫੀ ਨਹੀਂ ਦਿੱਤੀ ਗਈ, ਕਿਸਾਨ ਖੁਦਕੁਸ਼ੀ ਵੱਧ ਗਈ ਹੈ, 1500 ਤੋਂ ਵੱਧ ਕਿਸਾਨ ਹੋ ਗਏ ਆ। ਉਹਨਾਂ ਨੂੰ 10 ਲੱਖ ਜਾਂ ਸਰਕਾਰੀ ਨੌਕਰੀ ਨਹੀਂ ਦੇ ਰਹੇ, ਘਰ ਘਰ ਨੌਕਰੀ ਨਹੀਂ ਦੇ ਰਹੇ। ਐਸਸੀ ਸਕਾਲਰਸ਼ਿਪ 17, 18, 19, 20, 21 ਸਭ ਖਾ ਗਏ ਹੋ। 1800 ਕਰੋੜ ਐਸਸੀ ਸਕਾਲਰਸ਼ਿਪ ਦਾ ਦੇਣ ਵਾਲਾ ਬੱਚਿਆਂ ਨੂੰ। ਤੁਸੀਂ ਕਹਿੰਦੇ ਹੋ ਅਸੀਂ ਅੰਬੇਦਕਰ ਸਾਹਿਬ ਦੇ ਨਾਂ ਤੇ ਭਵਨ ਬਣਾ ਦੇਾਂਗੇ, ਉਹ ਵੀ ਨਹੀਂ ਬਣਾਉਣਾ, ਭਾਵੇਂ ਬਣਾਉਣਾ ਤੁਸੀਂ ਉਹ ਵੀ ਨਹੀਂ, ਮਗਰ ਤੁਸੀਂ 1800 ਕਰੋੜ ਐਸਸੀ ਵਿਦਿਆਰਥੀ ਦਾ ਦਿੰਦੇ ਨਹੀਂ, ਕਹਿ ਕੇ ਕਿ ਅਸੀਂ ਭਵਨ ਬਣਾ ਦਾਂ। ਅੰਬੇਦਕਰ ਸਾਹਿਬ ਦੀ ਰੂਹ ਨਹੀਂ ਕਦੇ ਖੁਸ਼ ਹੋਣੀ ਇਸ ਗੱਲ ਤੇ। ਅੰਬੇਦਕਰ ਸਾਹਿਬ ਨੇ ਐਸਸੀ ਭਾਈਚਾਰੇ ਨੂੰ ਉਠਾਉਣ ਦੀ ਗੱਲ ਕੀਤੀ ਸੀ। ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਅਪਮਾਨਿਤ ਕਰਨਗੇ। ਇਸੇ ਤਰ੍ਹਾਂ ਮੁਲਾਜ਼ਮਾਂ ਦੇ ਭੱਤੇ, ਟੀਏ, ਡੀਏ, ਪੇ ਕਮਿਸ਼ਨ, ਸੈਂਟਰਲ ਪੇ ਕਮਿਸ਼ਨ ਵਾਪਸ ਹੋਵੇ, ਕੱਚੇ ਤੋਂ ਕੰਟਰੈਕਚੁਅਲ EMPLOYE ਪੱਕੇ ਹੋਣ, ਬਿਜਲੀ 5 ਰੁਪਏ ਹੋਵੇ। ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਝੂਠ ਦਾ ਪਲੰਦਾ ਉਹਨੂੰ ਸਾੜਿਆ ਔਰ ਜੋ ਖੁਦਕੁਸ਼ੀ ਦੇ ਰਾਹ ਤੇ ਇਹਨਾਂ ਦੀ ਕਾਂਗਰਸ ਦੀ ਲੋਕ ਮਾਰੂ ਨੀਤੀਆਂ ਕਰਕੇ ਜੋ ਹਾਲਾਤ ਬਣੇ ਆ ਉਹ ਅੱਜ ਇੱਥੇ ਸਾਹਮਣੇ ਰੱਖੇ। ਕੱਲ ਵੀ ਤੁਸੀਂ ਵੇਖਿਆ ਕਿ ਆਂਗਨਵਾੜੀ
ਵਰਕਰਾਂ ਨੂੰ ਦੇਖੋ ਕਮਾਲ ਹੋ ਗਈ, ਉਹਨਾਂ ਤੇ ਨਾਨ ਅਵੇਲੇਬਲ ਦੇ ਪਰਚੇ ਦੇਤੇ, ਉਹਨਾਂ ਦੀਆਂ ਉਹਨਾਂ ਨੂੰ ਚੁੰਡੀਆਂ ਵੱਡੀਆਂ ਗਈਆਂ, ਆਪ ਉਹਨਾਂ ਦੇ ਪ੍ਰਧਾਨ ਕਹਿ ਰਹੇ, ਚੁੰਨੀਆਂ ਲਾਈਆਂ ਗਈਆਂ ਕਾਂਗਰਸੀ ਲੀਡਰਾਂ ਵੱਲੋਂ, ਕਿਉਂਕਿ ਉਹ ਖਜ਼ਾਨਾ ਮੰਤਰੀ ਨੂੰ ਆਪ ਦਾ ਵਾਅਦਾ ਯਾਦ ਕਰਾਉਣ ਗਏ ਸੀ। ਇਸ ਤਰੀਕੇ ਦੀ ਧੱਕੇਸ਼ਾਹੀ ਸਾਡੀਆਂ ਧੀਆਂ ਭੈਣਾਂ ਨਾਲ ਕਿਸੇ ਨੇ ਬਰਦਾਸ਼ਤ ਨਹੀਂ ਕੀਤੀ। ਇੱਕ ਪੁਤਲਾ ਲਈ ਫਿਰਦੇ ਤੁਸੀਂ, ਮੜਾ ਪੁਤਲਾ ਦਿਖਾ ਦਿਓ ਤੇ ਬਰੀਫ ਕਰ ਦਿਓ ਮੜਾ ਜਾਂ ਕੀ ਕੁਝ ਲਿਖਿਆ ਇੱਥੇ। ਆ ਸਾਰੇ ਮੁੱਦੇ ਆ ਜੀ ਇਹਦੇ 'ਚ। ਸਭ ਤੋਂ ਪਹਿਲਾਂ ਕਿਸਾਨੀ ਆ ਬਜਟ ਦਾ ਹੀ ਇਹ ਨਿਚੋੜ ਹੈ। ਆ ਦਿਖਾਓ ਇੱਧਰ ਥੱਲੇ ਕਰਿਓ ਜੀ, ਥੱਲੇ। ਆ ਕਿਸਾਨੀ ਕਰਜ਼ੇ ਦੀ ਪਹਿਲਾਂ ਸਭ ਤੋਂ ਪਹਿਲਾਂ ਕਿ ਆ ਇਹਨਾਂ ਦੋਵਾਂ ਕਰਕੇ, ਇਹ ਦੋਵੇਂ ਜਿਹੜੇ ਪੰਜਾਬ ਦੇ ਵੱਡੇ ਦੁਸ਼ਮਣ ਨੰਬਰ 1 420 ਪਹਿਲਾਂ ਇਹ ਆ ਕੌਣ ਹੈ ਤੁਹਾਨੂੰ ਪਤਾ ਨਹੀਂ, ਜੋੜੀ 420 ਦੀ ਜੋੜੀ, ਠੱਗੀ ਠੋਰੀ ਦੀ ਜੋੜੀ, ਮੁੱਖ ਮੰਤਰੀ ਤੇ ਖਜ਼ਾਨਾ ਮੰਤਰੀ। ਪਹਿਲਾਂ ਕਿਸਾਨ ਠੱਗੇ, ਫਿਰ ਇਹਨਾਂ ਨੇ SC BC ਠੱਗੇ, 5-5 ਮਰਲੇ ਦੇ ਪਲਾਟ, SC ਸਕਾਲਰਸ਼ਿਪ, ਪਤਾ ਨਹੀਂ ਕੀ ਕੁਝ, ਮੁਫਤ ਬਿਜਲੀ ਕੱਖ ਨਹੀਂ ਦਿੱਤਾ। ਫਿਰ ਇਹਨਾਂ ਨੇ SC ਵਿਦਿਆਰਥੀ ਠੱਗੇ, 1800 ਕਰੋੜ ਇਹਨਾਂ ਦਾ ਸਕਾਲਰਸ਼ਿਪ ਦਾ ਦੱਬੀ ਬੈਠੇ ਆ। ਫਿਰ ਮੁਲਾਜ਼ਮ ਠੱਗੇ, ਅਧਿਆਪਕਾਂ ਦੇ ਵੀ ਕੱਲ 4 ਸਾਲ ਕਰਤੀ ਆ ਪ੍ਰੋਬੇਸ਼ਨ, ਉਹ ਮੁਲਾਜ਼ਮ ਜਥੇਬੰਦੀਆਂ ਮੰਗ ਰਹੀਆਂ ਘਟਾਉਣ, ਇਹ ਵਧਾਈ ਜਾਂਦੇ ਆ। ਫਿਰ ਮੁਲਾਜ਼ਮ ਠੱਗੇ, ਕੱਚੇ ਤੋਂ ਪੱਕੇ ਨਹੀਂ ਕੀਤੇ, ਕੰਟਰੈਕਚੁਅਲ ਜਿਹੜੇ ਪਹਿਲੀ ਕੈਬਨਿਟ 'ਚ ਕਰਨੇ ਸੀ ਅੱਜ ਤੱਕ ਪੱਕੇ ਨਹੀਂ ਹੋਏ। DA ਉਹਨਾਂ ਨਾਲ ਦੱਬ ਲਿਆ, ਅਰੇਅਰ ਦੱਬ ਲਿਆ, ਪੇ ਕਮਿਸ਼ਨ ਲਾਗੂ ਨਹੀਂ ਕਰ ਰਹੇ, ਸੈਂਟਰਲ ਪੇ ਸਕੇਲਸ ਤੇ ਉਹਨਾਂ ਨੂੰ ਲਿਆਏ ਆ। ਇਸੇ ਤਰ੍ਹਾਂ ਫਿਰ ਨੌਜਵਾਨਾਂ ਨੂੰ ਘਰ ਘਰ ਨੌਕਰੀ, ਹਰੇਕ। ਸਦਨ ਦੇ ਬਾਹਰ ਸਿਆਸੀ ਸੰਗਰਾਮ ਦੇਖਣ ਨੂੰ ਮਿਲ ਰਿਹਾ ਹੈ। ਅਕਾਲੀ ਦਲ ਦੇ ਵੱਲੋਂ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਝੂਠਾਂ ਦੀ ਪੰਡ ਕਿਹਾ ਗਿਆ ਕਿ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਦਿੱਤੀ ਹੈ, ਇਸ ਲਈ ਅਸੀਂ ਅੱਜ ਇਹ ਪੰਡਾ ਲੈ ਕੇ ਆਏ ਹਾਂ ਜਿਸ ਦੇ ਉੱਪਰ SC BC SC ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਮਾਮਲਾ, ਅਧਿਆਪਕਾਂ ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੇ ਕਰਨ ਦੀ ਮੰਗ, ਨੌਜਵਾਨਾਂ ਦੇ ਲਈ ਬੇਰੁਜ਼ਗਾਰੀ ਭੱਤਾ, ਕਿਸਾਨਾਂ ਦੀ ਕਰਜ਼ ਮਾਫੀ, ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ, ਇਹਨਾਂ तमाम ਮੁੱਦਿਆਂ ਨੂੰ ਲੈ ਕੇ ਜੋ ਅਕਾਲੀ ਦਲ ਨੇ ਪ੍ਰਦਰਸ਼ਨ ਕੀਤਾ। ਤਾਂ ਫਿਲਹਾਲ ਸਿੱਧਾ ਰੁਖ ਕਰਦੇ ਹਾਂ, ਨਪਿੰਦਰ ਬਰਾੜ ਸਾਡੇ ਸਹਿਯੋਗੀ ਜੁੜੇ ਨੇ। ਤਾਂ ਨਪਿੰਦਰ, ਅਕਾਲੀ ਦਲ ਨੇ ਪ੍ਰਦਰਸ਼ਨ ਕਰ ਲਿਆ, ਹੁਣ ਲੋਕ ਇਨਸਾਫ ਪਾਰਟੀ ਦੀ ਵਾਰੀ, ਕੀ ਕੁਝ ਅਪਡੇਟ ਹੈ? ਦੇਖੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਅਕਾਲੀ ਦਲ ਨੇ ਪ੍ਰਦਰਸ਼ਨ ਕਰ ਲਿਆ, ਆਮ ਆਦਮੀ ਪਾਰਟੀ ਕਰ ਰਹੀ ਹੈ, ਔਰ ਹੁਣ ਵਾਰੀ ਆ ਗਈ ਹੈ ਬੈਂਸ ਭਰਾਵਾਂ ਦੀ। ਬੈਂਸ ਭਰਾ ਪੈਦਲ ਮਾਰਚ ਕਰਦੇ ਆ ਰਹੇ ਨੇ ਵਿਧਾਨ ਸਭਾ ਦੇ ਵੱਲ। ਇੱਥੇ ਦੋਨੇ ਭਰਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਹਾਲਾਂਕਿ ਇਹਨਾਂ ਦੇ ਸਾਥੀਆਂ ਨੂੰ ਥੋੜਾ ਪਿੱਛੇ ਰੋਕ ਲਿਆ ਗਿਆ, ਚੰਡੀਗੜ੍ਹ ਪੁਲਿਸ ਨੇ ਪਿੱਛੇ ਰੋਕ ਲਿਆ ਤੇ ਦੋਨੇ ਭਰਾ ਵਿਧਾਇਕ ਅੱਗੇ ਆ ਗਏ ਨੇ। ਵਿਧਾਨ ਸਭਾ ਦੇ ਅੰਦਰ ਜਾਣਾ ਇਹਨਾਂ ਨੇ ਤੇ ਹੱਥਾਂ ਦੇ ਵਿੱਚ ਕੋਈ ਤਖਤੀਆਂ ਫੜੀਆਂ ਹੋਈਆਂ ਨੇ। ਸਿਮਰਜੀਤ ਸਿੰਘ ਬੈਂਸ ਸਾਡੇ ਨਾਲ ਨੇ। ਬੈਂਸ ਸਾਹਿਬ, ਕਾਹਦੀਆਂ ਤਖਤੀਆਂ, ਕਾਹਦਾ ਪ੍ਰਦਰਸ਼ਨ ਤੁਸੀਂ ਕਰ ਰਹੇ ਹੋ? ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੈਪਟਨ ਅਮਰਿੰਦਰ ਸਿੰਘ 2017 'ਚ ਆਏ, 3 ਮਹੀਨਿਆਂ ਦੇ ਅੰਦਰ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ। ਗੋਲੀकांड, ਕੋਟਪੂਰਾ, ਬਰਗਾੜੀ, ਬਹਿਬਲ, ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਫੜ ਕੇ ਅਦਾਲਤ ਦੇ ਕਟਹਿਰੇ 'ਚ ਖੜੇ ਕਰਕੇ ਸਜ਼ਾਵਾਂ। ਹੁਣ ਚੰਦ ਮਹੀਨੇ ਰਹਿ ਗਏ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਰਾਜਪਾਲ ਦੇ ਭਾਸ਼ਣ ਦੇ ਵਿੱਚ ਜ਼ਿਕਰ ਤੱਕ ਨਹੀਂ ਕੀਤਾ ਲਾਅ ਐਂਡ ਆਰਡਰ ਦੇ ਉੱਤੇ ਕਿ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਅਸਲ ਦੋਸ਼ੀ ਕਦੋਂ ਫੜ ਕੇ ਜੇਲ੍ਹ 'ਚ ਭੇਜੋਗੇ। ਕਿਤੇ ਜ਼ਿਕਰ ਨਹੀਂ। ਜਿਹੜਾ 29 ਸੰਗਤ ਦੇ ਉੱਤੇ ਗੋਲੀ ਚੱਲੀ ਆ, ਕਿਤੇ ਜ਼ਿਕਰ ਨਹੀਂ ਹੈਗਾ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਕਰਾਉਣ ਵਾਸਤੇ ਅਸੀਂ ਅੱਜ ਇੱਕ ਰੋਸ ਮਾਰਚ ਜਿਹੜਾ ਰੱਖਿਆ ਸੀ ਵੀ ਕੈਪਟਨ ਸਾਹਿਬ, ਚੰਦ ਮਹੀਨੇ ਬਾਕੀ ਆ, ਗੁਰੂ ਗ੍ਰੰਥ ਸਾਹਿਬ ਸਾਨੂੰ ਆਪਣੀ ਜਾਨ ਤੋਂ ਪਿਆਰਾ। ਭਵਿੱਖ ਦੇ ਵਿੱਚ ਕੋਈ ਬੰਦਾ ਚੰਦ ਵੋਟਾਂ ਤੇ ਕੁਰਸੀ ਦੀ ਖਾਤਰ ਜੁਰਤ ਨਾ ਕਰ ਸਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਾਉਣ ਦੀ। ਇਸ ਕਰਕੇ ਕਰੜੀ ਸਜ਼ਾ ਅਸਲ ਦੋਸ਼ੀਆਂ ਨੂੰ। ਇਹ ਨਹੀਂ ਵੀ ਤੁਸੀਂ 4 ਪੁਲਿਸ ਅਫਸਰ ਫੜੇ ਤੇ ਤੁਸੀਂ ਕਹੋ ਵਹੀ ਖਾਤਾ ਬੰਦ ਹੋਣ ਲੱਗਿਆ। ਅਸਲ ਦੋਸ਼ੀ ਉਹਨਾਂ ਦੇ ਗਰੇਬਾਨ ਨੂੰ ਹੱਥ ਪਾ ਕੇ ਅਦਾਲਤ ਦੇ ਕਟਹਿਰੇ 'ਚ ਖੜਾ ਕਰਕੇ ਸਖਤ ਸਜ਼ਾਵਾਂ। ਇਹ ਬਾਹਰ ਪ੍ਰਦਰਸ਼ਨ ਤੇ ਅਸੈਂਬਲੀ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਆ ਜਿਹੜਾ ਅਸੀਂ ਯਾਦ ਪੱਤਰ ਆ ਇਹ ਜ਼ਰੂਰ ਸੌਂਪਾਂਗੇ, ਤਾਂ ਜੋ ਸੰਧੀ ਕੀ ਹੈਗੀ ਆ ਉਹਨਾਂ ਦਾ ਇਸ ਪਰਿਵਾਰ ਦੇ ਨਾਲ, ਬਾਦਲ ਟੱਬਰ ਦੇ ਨਾਲ ਕਿਹੜਾ ਸਮਝੌਤਾ ਹੋਇਆ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੁਨੀਆ ਦੇ ਵਿੱਚ ਬੱਚੇ ਨੂੰ ਜਾਣਕਾਰੀ ਆ ਵੀ ਕੌਣ ਲੋਕ ਹੈਗੇ ਆ। ਕੈਪਟਨ ਅਮਰਿੰਦਰ ਸਿੰਘ ਦੀ ਕਿਹੜੀ ਮਜਬੂਰੀ ਆ, ਸਰਕਾਰ ਦੀ ਕਿਹੜੀ ਮਜਬੂਰੀ ਆ। ਇਸ ਕਰਕੇ ਅਸੀਂ ਅਸੈਂਬਲੀ ਦੇ ਅੰਦਰ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਯਾਦ ਕਰਾਵਾਂਗੇ ਵੀ ਚੰਦ ਮਹੀਨੇ ਬਾਕੀ ਆ। ਕੈਪਟਨ ਸਾਹਿਬ, ਚੰਦ ਮਹੀਨੇ ਬਾਕੀ ਆ। ਸਾਡਾ ਗੌਰਵਮਈ ਇਤਿਹਾਸ ਆ। ਮੱਸਾ ਰੰਗੜ ਹੋਵੇ, ਉਹ ਮਸੰਦ ਹੋਣ, ਜ਼ਕਰੀਆ ਖਾਨ ਹੋਵੇ, ਜਿਹਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ, ਉਹਦਾ ਨਿਸਤੋ ਨਬੂਦ, ਉਹਦਾ ਖਾਨਦਾਨ ਇਸ ਦੁਨੀਆ ਚੋਂ ਮਿਟ ਗਿਆ। ਅੱਜ ਕੈਪਟਨ ਸਰਕਾਰ ਕਹਿੰਦੀ ਹੈ ਕਿ ਅਸੀਂ ਲਗਾਤਾਰ ਕਾਰਵਾਈ ਕਰ ਰਹੇ ਹਾਂ, CBI ਤੋਂ ਕੇਸ ਵਾਪਸ ਲੈ ਕੇ ਕਹਿੰਦੇ ਕਿ ਹੁਣ ਫਾਈਲਾਂ ਵੀ ਆ ਗਈਆਂ, ਸਾਰੀ ਜਾਂਚ ਹੋ ਰਹੀ ਹੈ। ਔਰ ਕਈ ਵਾਰੀ ਕੈਪਟਨ ਸਾਹਿਬ ਕਹਿ ਚੁੱਕੇ ਨੇ ਕਿ ਮੈਂ ਦਬਾਅ ਹੇਠ ਕੁਝ ਨਹੀਂ ਕਰਦਾ, ਮੈਂ ਜਾਂਚ ਦੇ ਮੁਤਾਬਕ ਕਰਨਾ ਹੈ, ਜਿਹੜੇ ਦੋਸ਼ੀ ਹੋਣਗੇ ਉਹਨਾਂ ਤੇ ਕਾਰਵਾਈ ਹੋਏਗੀ। ਔਰ ਲਗਾਤਾਰ ਕਹਿੰਦੇ ਕਿ ਕਾਰਵਾਈ ਜਾਰੀ ਹੈ। 3 ਮਹੀਨੇ ਕੈਪਟਨ ਅਮਰਿੰਦਰ ਸਿੰਘ ਨੇ ਕਹੇ ਸੀ, ਤੁਸੀਂ ਮੈਂ ਥੋੜੀ ਕਹੇ।
2017 ਦੀ ਅਸੈਂਬਲੀ 'ਚ ਪੰਜਾਬ ਦੇ ਲੋਕਾਂ ਨਾਲ, ਪੂਰੀ ਦੁਨੀਆ 'ਚ ਵਸਦੇ ਸਿੱਖਾਂ ਨਾਲ ਵਾਅਦਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀ 3 ਮਹੀਨਿਆਂ 'ਚ ਫੜ ਕੇ ਜੇਲ੍ਹ 'ਚ ਹੋਣਗੇ। ਅਸੀਂ ਥੋੜ੍ਹੀ ਵਾਅਦਾ ਕੀਤਾ, ਹੁਣ ਤਾਂ 5 ਸਾਲ ਹੋਣ ਲੱਗੇ ਆ। ਹਜੇ 5 ਸਾਲ ਦੇ ਅਰਸੇ ਦੇ ਵਿੱਚ ਤੁਸੀਂ ਕੁਛ ਨਾ ਕਰੋ ਤੇ ਇਹ ਕਹੋ ਵੀ ਮੈਂ ਕਿਸੇ ਦਬਾਅ 'ਚ ਆਉਣ ਵਾਲਾ ਨਹੀਂਗਾ। ਇਹ ਦਬਾਅ ਨਹੀਂ, ਪੂਰੀ ਦੁਨੀਆ 'ਚ ਵਸਦੇ ਸਿੱਖ ਜਿਨ੍ਹਾਂ ਦੇ ਹਿਰਦੇ ਬਲੂੰਦਰੇ ਗਏ, ਉਹਨਾਂ ਦੀ ਮੰਗ ਸੀਗੀ ਕੈਪਟਨ ਅਮਰਿੰਦਰ ਸਿੰਘ ਦਾ 3 ਮਹੀਨਿਆਂ ਦਾ ਵਾਅਦਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ। ਸੋ ਉਹਨਾਂ ਦਾ ਵਾਅਦਾ ਯਾਦ ਕਰਾਉਣ ਵਾਸਤੇ ਵੀ ਇਹ ਦਬਾਅ ਨਹੀਂ ਹੈਗਾ। ਜੇ ਅਸਲ ਗੁਰੂ ਦੇ ਸਿੱਖ ਹੋ ਤੇ ਅਸਲ ਦੋਸ਼ੀ ਫੜ ਕੇ ਇਹਨਾਂ ਨੂੰ ਚਾਰਜ ਕਰਕੇ ਜੇਲ੍ਹਾਂ 'ਚ ਭੇਜੋ, ਸਜ਼ਾਵਾਂ ਦਿਵਾਓ ਇਹਨਾਂ ਨੂੰ। ਅਸੈਂਬਲੀ 'ਚ ਪੂਰਾ ਦਿਨ ਚਰਚਾ ਹੋਈ ਸੀ, ਪੂਰਾ ਦਿਨ ਲਾਈਵ ਚੱਲਿਆ ਸੀ ਔਰ ਉਸ ਵੇਲੇ ਦੇ ਹਾਲਾਤਾਂ ਤੋਂ ਬਾਅਦ ਦਾਅਵਾ ਕਰ ਦਿੱਤਾ ਗਿਆ ਸੀਗਾ ਕਿ ਹੁਣ ਦੇਰੀ ਨਹੀਂ ਹੋਏਗੀ। ਫਿਰ ਤੁਹਾਡੇ ਸ਼ੰਕੇ ਕਿੱਥੇ ਨੇ? ਸ਼ੰਕੇ ਕੀ ਨੇ ਕਿ ਕਿਉਂ ਦੇਰੀ ਹੈ? ਸ਼ੰਕੇ 5 ਸਾਲ ਦਾ ਸਮਾਂ, ਚੰਦ ਮਹੀਨੇ ਬਾਕੀ ਰਹਿ ਗਏ। ਸ਼ੰਕੇ ਵਾਜਬ ਆ, ਮੇਰੇ ਨਹੀਂ, ਪੂਰੀ ਦੁਨੀਆ 'ਚ ਵਸਦੇ ਸਿੱਖਾਂ ਦੇ, ਪੰਜਾਬੀਆਂ ਦੇ ਸ਼ੰਕੇ ਆ ਵੀ ਕੁਝ ਨਹੀਂ ਹੋਣਾ। ਸੋ ਇਸ ਕਰਕੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੇ ਦੁਬਾਰਾ ਵੋਟਰ ਦੇ ਕੋਲੇ 2022 'ਚ ਜਾਣਾ, ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਾਉਣ ਵੀ ਲੋਕਾਂ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਸਿੱਖ ਤੇ ਪੰਜਾਬੀਆਂ ਨੂੰ ਆਪਣੀ ਜਾਨ ਤੋਂ ਪਿਆਰਾ, ਪਹਿਲਾਂ ਉਹ ਗੱਲ ਦਾ ਹਿਸਾਬ ਕਿਤਾਬ ਤੁਹਾਡੇ ਕੋਲੋਂ ਲੈਣਾ। ਅਸਲ ਦੋਸ਼ੀਆਂ ਨੂੰ ਫੜ ਕੇ ਅਦਾਲਤ ਦੇ ਕਟਹਿਰੇ 'ਚ ਖੜਾ ਕੇ ਸਖਤ ਸਜ਼ਾਵਾਂ ਕਰਾ ਦਿਓ। ਇਹ ਨਹੀਂ ਵੀ ਤੁਸੀਂ 4 ਪੁਲਿਸ ਅਧਿਕਾਰੀਆਂ ਨੂੰ ਚੱਕ ਕੇ ਅੱਖੀਂ ਘੱਟਾ ਪਾਉਣ ਵਾਸਤੇ ਉਹਨਾਂ ਨੂੰ ਚਾਰਜ ਕਰ ਲਓ ਤੇ ਅਸਲ ਦੋਸ਼ੀ ਪਿੱਛੇ ਰਹਿ ਜਾਣ। ਕੋਈ ਪੁਲਿਸ ਅਫਸਰ ਸਰਕਾਰ ਸੱਤਾ ਪੱਖ ਦੇ ਸਰਕਾਰੀ ਧਿਰ ਮੁੱਖ ਮੰਤਰੀ ਦੇ ਕਹੇ ਬਿਨਾਂ ਜਾਂ ਗ੍ਰਹਿ ਮੰਤਰੀ ਦੇ ਕਹੇ ਬਿਨਾਂ ਗੋਲੀ ਚਲਾ ਸਕਦਾ? ਉਹ ਆਰਡਰ ਕਿਹਨੇ ਦਿੱਤੇ ਗੋਲੀ ਚਲਾਉਣ ਦੇ? ਗੁਰੂ ਗ੍ਰੰਥ ਸਾਹਿਬ ਇੱਕ ਡੇਰੇ ਦੇ ਨਾਲ ਤੁਸੀਂ ਸੌਦਾ ਕਰੋ ਚੰਦ ਵੋਟਾਂ ਦੀ ਖਾਤਰ, ਆਪਣੀ ਕੁਰਸੀ ਮਜ਼ਬੂਤ ਕਰਨ ਦੀ ਖਾਤਰ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ, ਉਹ ਕਿਹੜੇ ਲੋਕ ਹੈਗੇ ਆ? ਉਹ ਬੱਚਾ ਜਾਣਦਾ। ਕੈਪਟਨ ਅਮਰਿੰਦਰ ਸਿੰਘ ਦੀਆਂ ਏਜੰਸੀਆਂ ਸਾਰੀ ਰਿਪੋਰਟ ਦੇ ਚੁੱਕੀਆਂ। ਕੈਪਟਨ ਅਮਰਿੰਦਰ ਸਿੰਘ ਦੀ ਕਿਹੜੀ ਮਜਬੂਰੀ ਹੈ, ਕਿਹੜੀ ਸੰਧੀ ਹੈਗੀ ਆ? ਸੋ ਸੰਧੀ ਤੇ ਮਜਬੂਰੀ ਜ਼ਰੂਰ ਪੁੱਛਾਂਗੇ। ਤਾਂ ਸਿਮਰਜੀਤ ਸਿੰਘ ਬੈਂਸ ਦੇ ਤੌਰ ਤੇ ਕੈਪਟਨ ਅਮਰਿੰਦਰ ਸਰਕਾਰ ਤੇ ਸਵਾਲ ਚੁੱਕ ਰਹੇ ਨੇ, ਉਹਨਾਂ ਦੀ ਮਨਸ਼ਾ ਤੇ ਸਵਾਲ ਚੁੱਕ ਰਹੇ ਨੇ ਔਰ ਕਹਿੰਦੇ ਨੇ ਕਿ ਆਖਿਰ ਕੀ ਮਜਬੂਰੀ ਹੈ ਕਿ ਕੈਪਟਨ ਸਾਹਿਬ ਹਲੇ ਤੱਕ ਆਪਣੇ ਵਾਅਦੇ ਮੁਤਾਬਕ ਅਸਲ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੇ। ਹਾਲਾਂਕਿ ਇਲਜ਼ਾਮ ਲਗਾਤਾਰ ਲੱਗ ਰਹੇ ਨੇ, ਲਗਾਤਾਰ ਸੱਤਾ ਨੂੰ ਘੇਰਿਆ ਜਾ ਰਿਹਾ, ਪਰ ਫਿਲਹਾਲ ਕਹਿੰਦੇ ਨੇ ਕਿ ਮਾਮਲਾ ਵਿਧਾਨ ਸਭਾ ਦੇ ਅੰਦਰ ਵੀ ਚੁੱਕਿਆ ਜਾਏਗਾ। ਜੀ ਅੰਮ੍ਰਿਤ। ਬਿਲਕੁਲ, ਤਾਂ ਫਿਲਹਾਲ ਲੋਕ ਇਨਸਾਫ ਪਾਰਟੀ ਦੇ ਵੱਲੋਂ ਬੇਅਦਬੀ ਦਾ ਮਾਮਲਾ ਚੁੱਕਿਆ ਗਿਆ ਹੈ। ਸ਼ੁਕਰੀਆ ਨਪਿੰਦਰ ਫਿਲਹਾਲ ਇਸ तमाम ਜਾਣਕਾਰੀ ਦੇ ਲਈ। ਤਾਂ ਸਿਮਰਜੀਤ ਬੈਂਸ ਤੇ ਉਹਨਾਂ ਦੇ ਭਰਾ ਬਲਵਿੰਦਰ ਬੈਂਸ ਰਵਾਨਾ ਹੋਏ ਨੇ ਵਿਧਾਨ ਸਭਾ ਦੇ ਅੰਦਰ, ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਕਿ ਅਜੇ ਤੱਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਹੈ। ਕਦੇ ਸੀਬੀਆਈ ਦੇ ਕੋਲ ਮਾਮਲਾ ਜਾਂਦਾ ਹੈ, ਕਦੇ ਪੁਲਿਸ ਦੇ ਕੋਲ ਜਾਂਦਾ ਹੈ, ਕਦੇ ਜੋ ਹੈ ਐਸਆਈਟੀ ਬਿਠਾਈ ਜਾਂਦੀ ਹੈ, ਪਰ ਅਜੇ ਤੱਕ ਜੋ ਪੂਰੀ ਤਰ੍ਹਾਂ ਇਨਸਾਫ ਨਹੀਂ ਮਿਲਿਆ ਹੈ। ਤਾਂ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਬਜਟ ਦੀਆਂ ਕਾਪੀਆਂ ਸਾੜ ਕੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। तो पंजाब विधानसभा तो बाद गल करते हैं हरियाणा विधानसभा की। हरियाणा विधानसभा की कार्रवाई शुरू हो गई है तो थोड़ी ही देर दे बेभरोसगी मता कांग्रेस के वलों लियांदा जावेगा। 2 घंटे चर्चा तो बाद मते ते वोटिंग होगी। बेभरोसगी मते ते मुख्यमंत्री मनोहर लाल खट्टर का दावा है कि साडे कोल आंकड़े पूरे ने ते मता खारज होना चाहिए। उधर डिप्टी सीएम दुष्यंत चौटाला भी बोले कि सरकार का बहुमत बरकरार रहेगा ते कांग्रेस की है जो करारी हार होगी। तो दूजे पासे कांग्रेस कह रही है कि बीजेपी ने अपना भरोसा लोगों के विच गवा दिता है। तो बेभरोसगी मता कांग्रेस लैके आ रही है। हालांकि इस कोई दो राय नहीं है कि बीजेपी के कोल बहुमत है, इसलिए बीजेपी नूं ज्यादा चिंता नहीं है इस करके भी, क्योंकि विप जारी कर दिता गया है सारिया पार्टियां दे वल्लों। क्योंकि लग रहा सी कि जेजेपी के कुछ विधायक जरूर नाराज भी नज़र आ रहे हैं, अंदर बगावत भी लग रही सी, पर हुण जो विप जारी कर दिता गया है तो कोई ऑप्शन विधायकों के कोल नहीं बचती अपनी पार्टी तो बाहर जाने की। पर नाल ही नाल इस पूरे मामले दे विच किसानी एंगल भी तुहानूं दस दिंदे हां कि इस बेभरोसगी मते ते किसानां दीआं भी नज़रां टिकियां होईयां ने, क्योंकि किसानां दे वल्लों भी इस बेभरोसगी मते दे हक दे विच वोट पाउण दे 40 करोड़ के लगभग पेमेंट जा चुकी है। तो जो 60-62 की बची है वो वैसा ही जो पिछला एक बैकलॉग चल रहा है उस बैकलॉग के हिसाब से है। लेकिन अच्छी बात यह है आज भी लगभग 30 करोड़ रुपए की चीनी वहां स्टॉक में है।
और वो स्टॉक सारा एक साथ चीनी मिलों का बेचा नहीं जाता, उसका एक रेगुलेशन जो है वो सेंट्रल एजेंसी के द्वारा किया जाता है कि इसका हर महीने इतनी ही चीनी आप निकाल सकते हैं, वरना अगर एक साथ चीनी सारी बाहर निकलती है तो चीनी के रेट और डाउन आते हैं। चीनी बनती तो 7-8 महीने हैं, सप्लाई वो पूरे 12 महीने करनी होती है, इसलिए उसका स्टेजेस में उसको चीनी को बेचा जा सकता है। फिर भी हम प्रबंध कर रहे हैं स्पेशल परमिशन से कि जो स्टॉक वहां का है, यदि वो सारा बेचने की अनुमति मिल जाए तो ये जो आज 60 या 65 करोड़ रुपया इस वर्ष का बचा हुआ है, इसमें से भी 25-30 करोड़ दिया जा सकता है। कोई भी कारण ऐसा होगा तो जो पिछले साल का बैकलॉग 60 करोड़ रुपया था, इस बार अगर बैकलॉग बचेगा तो उससे 10-15 करोड़ रुपया कम बचेगा। एक साल में इसको ठीक करना है। नारायणगढ़ शुगर मिल बंद होने के कगार पर आ गई थी, लेकिन सरकारी हस्तक्षेप से उसको हमने लाइन पर ले आए। हो गया रिप्लाई हो। 1 मिनट अध्यक्ष जी, 1 मिनट। मैं सरकार से निवेदन करना चाहूंगी कि सरकार को अपने अधीन लेना चाहिए। आजकल तो वहां बिजली ਤਾਂ ਫਿਲਹਾਲ ਜੋ ਹੈ ਉਹ ਪ੍ਰਸ਼ਨ ਕਾਲ ਚੱਲ ਰਿਹਾ ਹੈ। ਹਰਿਆਣਾ ਵਿਧਾਨ ਸਭਾ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਪ੍ਰਸ਼ਨ ਕਾਲ ਤੋਂ ਬਾਅਦ ਥੋੜੀ ਹੀ ਦੇਰ ਦੇ ਵਿੱਚ ਸ਼ੁਰੂ ਹੋ ਜਾਵੇਗੀ ਬੇਪਰੋਜ਼ਗੀ ਮਤੇ ਦੇ ਉੱਪਰ ਚਰਚਾ। ਪਹਿਲਾਂ ਚਰਚਾ ਹੋਵੇਗੀ ਤੇ ਉਸ ਤੋਂ ਬਾਅਦ ਜੋ VOTING ਹੋਵੇਗੀ। ਤਾਂ ਦੂਜੇ ਪਾਸੇ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਅੰਕੜੇ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੇਪਰੋਜ਼ਗੀ ਮਤਾ ਕਾਂਗਰਸ ਲੈ ਕੇ ਆ ਰਹੀ ਹੈ, ਪਰ ਅੰਕੜਿਆਂ ਦੇ ਜ਼ਰੀਏ ਵੀ ਤੁਹਾਨੂੰ ਸਮਝਾਉਂਦੇ ਹਾਂ ਕਿ ਹਰਿਆਣਾ ਦੀ ਤਸਵੀਰ ਕੀ ਹੈ। ਹਰਿਆਣਾ ਵਿਧਾਨ ਸਭਾ ਦੀ ਮੌਜੂਦਾ ਤਸਵੀਰ 90 ਸੀਟਾਂ ਨੇ, 90 ਦੇ ਵਿੱਚੋਂ 88 ਵਿਧਾਇਕ ਨੇ, 2 ਸੀਟਾਂ ਖਾਲੀ ਨੇ। ਬੀਜੇਪੀ ਦੇ ਕੋਲ 40 ਵਿਧਾਇਕ ਨੇ, ਜੇਜੇਪੀ ਦੇ ਕੋਲ 10 ਨੇ ਤੇ ਬੀਜੇਪੀ ਤੇ ਜੇਜੇਪੀ ਦੇ ਗੱਠਜੋੜ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ। ਕਾਂਗਰਸ ਦੇ ਕੋਲ 30 ਸੀਟਾਂ ਨੇ, ਆਜ਼ਾਦ 7 ਨੇ ਅਤੇ ਜੋ ਵਿਧਾਨ ਸਭਾ ਦੀਆਂ 2 ਸੀਟਾਂ ਤਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਖਾਲੀ ਨੇ। ਇੱਕ ਆਬੇ ਚੌਟਾਲਾ ਦੇ ਅਸਤੀਫੇ ਦੇ ਕਾਰਨ ਤੇ ਦੂਜੀ ਕਾਂਗਰਸੀ ਵਿਧਾਇਕ ਪ੍ਰਦੀਪ ਚੌਧਰੀ ਦੀ ਮੈਂਬਰਸ਼ਿਪ ਰੱਦ ਹੋਣ ਕਾਰਨ ਕਾਲਕਾ ਦੀ ਸੀਟ ਜੋ ਹੈ ਉਹ ਖਾਲੀ ਹੈ। ਤਾਂ ਕੁੱਲ ਮਿਲਾ ਕੇ 88 ਸੀਟਾਂ। ਤਾਂ ਦੂਜੇ ਪਾਸੇ ਜੋ ਹੈ ਬਹੁਮਤ ਤਾਂ ਜ਼ਿਆਦਾ ਅੰਕੜੇ ਜੋ ਨੇ ਉਹ ਹਰਿਆਣਾ ਸਰਕਾਰ ਦੇ ਕੋਲ ਹੀ ਨੇ। ਤਾਂ ਹੁਣ ਜੋ ਬਗਾਵਤ ਦੀ ਵੀ ਤਸਵੀਰ ਨਹੀਂ ਨਜ਼ਰ ਆ ਰਹੀ ਕਿਉਂਕਿ ਵਿਪ ਜਾਰੀ ਕਰ ਦਿੱਤਾ ਗਿਆ ਹੈ, ਪਰ ਅਜੇ ਵੀ ਫਿਲਹਾਲ ਜੋ ਹੈ ਉਹ ਨਜ਼ਰਾਂ ਜ਼ਰੂਰ ਟਿਕੀਆਂ ਹੋਈਆਂ ਨੇ ਕਿਉਂਕਿ ਜਦੋਂ ਜੇਜੇਪੀ ਦੇ ਵਿੱਚ ਬਗਾਵਤ ਦੇ ਸੁਰ ਉੱਠੇ ਸੀ, ਦੇਵੇਂਦਰ ਬੱਬਲੀ ਦੇ ਵੱਲੋਂ ਜਦੋਂ ਦੁਸ਼ਯੰਤ ਚੌਟਾਲਾ ਨੂੰ ਸਲਾਹ ਤੱਕ ਦੇ ਦਿੱਤੀ ਗਈ ਕਿ ਵੱਖ ਹੋ ਜਾਣਾ ਚਾਹੀਦਾ ਹੈ ਸਰਕਾਰ ਦੇ ਕੋਲੋਂ, ਨਹੀਂ ਤਾਂ ਲੋਕ ਸਾਨੂੰ ਡੰਡਿਆਂ ਦੇ ਨਾਲ ਮਾਰਨਗੇ, ਕਿਸਾਨਾਂ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਸੀ। ਤਾਂ ਅਜਿਹੇ 'ਚ ਹਰਿਆਣਾ ਸਰਕਾਰ ਦੀ ਬੀਜੇਪੀ ਦੀ ਚਿੰਤਾ ਤਾਂ ਜ਼ਰੂਰ ਵੱਧ ਗਈ ਸੀ ਕਿਉਂਕਿ ਬੀਜੇਪੀ ਨੇ ਬੜੀ ਮੁਸ਼ਕਲ ਹਰਿਆਣਾ ਦੇ ਵਿੱਚ ਆਪਣੀ ਸਰਕਾਰ ਬਣਾਈ ਸੀ। ਜੇਜੇਪੀ ਦਾ ਸਮਰਥਨ ਲੈ ਕੇ ਕੁਝ ਨਿਰਦਲੀਆਂ ਦਾ ਸਮਰਥਨ ਵੀ ਜੋ ਸੀ ਮਿਲਿਆ ਸੀ ਬੀਜੇਪੀ ਨੂੰ। ਬੀਜੇਪੀ ਦੇ ਨਾਲ ਜੋ ਨੇ ਉਹ 56 ਵਿਧਾਇਕ ਨੇ ਜੋ ਕਿ ਕਾਫੀ ਨੇ, ਜ਼ਿਆਦਾ ਨੇ ਇਨਫੈਕਟ ਆਪਣੇ ਆਪ ਨੂੰ ਖਰਾ ਉਤਾਰਨ ਦੇ ਲਈ। ਪਰ ਦੂਜੇ ਪਾਸੇ ਕਾਂਗਰਸ ਕਹਿ ਰਹੀ ਹੈ ਕਿ ਆਪਣਾ ਭਰੋਸਾ ਗਵਾ ਚੁੱਕੀ ਹੈ। ਤੇ ਇਸ ਸਭ ਦੇ ਵਿਚਾਲੇ ਕਿਸਾਨ ਵੀ ਟਕਟਕੀ ਲਗਾ ਕੇ ਦੇਖ ਰਹੇ ਨੇ ਇਸ ਬੇਪਰੋਜ਼ਗੀ ਮਤੇ ਦੀ ਕਾਰਵਾਈ ਦੇ ਲਈ ਕਿਉਂਕਿ ਕਿਸਾਨਾਂ ਦੇ ਵੱਲੋਂ ਲੋਕਾਂ ਤੋਂ ਅਪੀਲ ਕੀਤੀ ਗਈ ਸੀ ਕਿ ਆਪਣੇ ਵਿਧਾਇਕਾਂ ਨੂੰ ਮਜਬੂਰ ਕਰੋ ਕਿ ਉਹ ਇਸ ਬੇਪਰੋਜ਼ਗੀ ਮਤੇ ਦੇ ਹੱਕ ਦੇ ਵਿੱਚ ਵੋਟ ਪਾਉਣ। ਤਾਂ ਜਦੋਂ ਜੇਕਰ ਵੋਟ ਵਿਧਾਇਕਾਂ ਦੇ ਵੱਲੋਂ ਨਹੀਂ ਪਾਈ ਜਾਂਦੀ ਤਾਂ ਉਸ ਤੋਂ ਬਾਅਦ ਬਾਹਰ ਕਿਸ ਤਰ੍ਹਾਂ ਦਾ ਰੁਖ ਕਿਸਾਨਾਂ ਦਾ ਉਹਨਾਂ ਦੇ ਪ੍ਰਤੀ ਰਹਿੰਦਾ ਹੈ ਕਿਉਂਕਿ ਕਿਸਾਨ ਸਾਫ਼ ਕਹਿ ਚੁੱਕੇ ਨੇ ਕਿ ਨਹੀਂ ਤਾਂ ਖਾਮਿਆਜ਼ਾ ਜੋ ਹੈ ਵਿਧਾਇਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਵੇਗਾ। ਤਾਂ ਫਿਲਹਾਲ ਆਉਣ ਵਾਲੇ ਸਮੇਂ ਨੂੰ ਦੇਖ ਕੇ ਕੋਈ ਵਿਧਾਇਕ ਆਪਣਾ ਇਸ ਵੇਲੇ ਦਾ ਰੁਖ ਬਦਲਦਾ ਹੈ ਜਾਂ ਫਿਰ ਫਿਲਹਾਲ ਮੌਕੇ ਦਾ ਜੋ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਆ ਸਾਰੇ ਇਸ ਵੇਲੇ ਦੇ ਹਿਸਾਬ ਦੇ ਨਾਲ ਚੱਲਦੇ ਨੇ। ਇਹ ਥੋੜੀ ਦੇਰ ਦੇ ਵਿੱਚ ਤਸਵੀਰ ਸਾਫ਼ ਹੋ ਜਾਵੇਗੀ, ਲਗਾਤਾਰ ਨਜ਼ਰ ਬਣੀ ਹੋਈ ਹੈ। ਬੀਜੇਪੀ ਕਹਿ ਰਹੀ ਹੈ ਸਾਡੇ ਕੋਲ ਅੰਕੜੇ ਪੂਰੇ ਨੇ, ਸਾਨੂੰ ਡਰ ਦੀ ਕੋਈ ਲੋੜ ਨਹੀਂ ਹੈ। ਤਾਂ ਦੂਜੇ ਪਾਸੇ ਕਾਂਗਰਸ ਕਹਿ ਰਹੀ ਹੈ ਕਿ ਆਪਣਾ ਆਧਾਰ ਗਵਾ ਚੁੱਕੀ ਹੈ ਬੀਜੇਪੀ ਤੇ ਇਸ ਲਈ ਸਰਕਾਰ ਡਿੱਗ ਜਾਵੇਗੀ। ਪਰ ਅਗਨੀ ਪ੍ਰੀਖਿਆ ਜ਼ਰੂਰ ਹੈ ਮਨੋਹਰ ਸਰਕਾਰ ਦੀ। ਇਸ ਅਗਨੀ ਪ੍ਰੀਖਿਆ ਦੇ ਵਿੱਚੋਂ ਕਿੰਨੀ ਆਸਾਨੀ ਦੇ ਨਾਲ ਪਾਸ ਹੁੰਦੇ ਨੇ ਜਾਂ ਕਿੰਨੀ ਜਦੋਜਹਿਦ ਉਹਨਾਂ ਨੂੰ ਕਰਨੀ ਪੈਂਦੀ ਹੈ। ਤਾਂ ਮਨੋਹਰ ਲਾਲ ਦਾਅਵਾ ਤਾਂ ਜ਼ਰੂਰ ਕਰ ਰਹੇ ਨੇ ਪਰ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। मेरे बात में जाते ही आप लोग कोई बात नहीं, कोई भी विपक्ष के साथ मैं तो कहता हूं कि अगर वो अपने लोगों को भी संभाल के रख लें तो ही बहुत बड़ी बात है। इसलिए किसी प्रकार की कोई समस्या कठिनाई नहीं है। हम बिल्कुल कॉन्फिडेंट हैं कि सरकार के खिलाफ जो अविश्वास प्रस्ताव लाया जा रहा है वो निश्चित गिरेगा, निश्चित गिरेगा। मेरे बात में जाते ही आप लोग कोई भी विपक्ष के साथ मैं तो कहता हूं कि अगर वो अपने लोगों को भी संभाल के रख लें तो ही बहुत बड़ी बात है। इसलिए किसी प्रकार की कोई समस्या कठिनाई नहीं है। हम बिल्कुल कॉन्फिडेंट हैं।
आज अंदर लगेगा ना। ਤਾਂ ਫਿਲਹਾਲ ਥੋੜੀ ਹੀ ਦੇਰ ਦੇ ਵਿੱਚ ਬੇਭਰੋਸਗੀ ਮਤੇ ਤੇ ਜੋ ਚਰਚਾ ਹੈ ਉਹ ਸ਼ੁਰੂ ਹੋ ਜਾਵੇਗੀ। 2 ਘੰਟੇ ਤੇ ਕਰੀਬ ਜੋ ਚਰਚਾ ਹੋਵੇਗੀ तो ਉਸ ਤੋਂ ਬਾਅਦ वोटिंग होगी। वोटिंग का पैटर्न क्या रहेगा, हाथ खड़े करा कर किस तरीके से कितना समय आपने रखा है, प्रक्रिया क्या रहेगी? 2 घंटे की इस पर चर्चा रखी है और 2 घंटे के बाद में उस पर आंकड़ा पूरा आपके पास आपको लगता है कि नहीं है? तो जो कांग्रेस पार्टी अविश्वास के साथ ही अविश्वास प्रस्ताव लेकर के आई है तो क्लियर। तो आप मान रहे कोई खतरा नहीं बन रहा है सर? किसी तरह का खतरा नहीं है? किसी तरह का कोई खतरा नहीं। अगर विप तोड़ के चले जाते हैं तो फिर तो कुछ थोड़ी सी क्या होगा, विप तोड़ के अगर कोई कांग्रेस अपील कर रही है नहीं है, लेकिन होती है तो कोई वो तो जो भी नियम कानून उसमें बने हुए हैं उसके ਤਾਂ ਫਿਲਹਾਲ ਜੋ ਹੈ ਉਹ 2 ਘੰਟੇ ਬੇਭਰੋਸਗੀ ਮਤੇ ਤੇ ਚਰਚਾ ਤੋਂ ਬਾਅਦ VOTING ਕੀਤੀ ਜਾਵੇਗੀ। ਪਰ ਫਿਲਹਾਲ ਜੋ ਹੈ ਇਸ ਤੋਂ ਪਹਿਲਾਂ ਪ੍ਰਸ਼ਨ ਕਾਲ ਚੱਲ ਰਿਹਾ ਹੈ ਤਾਂ ਉਸ ਤੋਂ ਬਾਅਦ ਬੇਭਰੋਸਗੀ ਮਤੇ ਤੇ ਸਾਰੇ ਵਿਧਾਇਕਾਂ ਦੇ ਵੱਲੋਂ ਚਰਚਾ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ VOTING ਕੀਤੀ ਜਾਵੇਗੀ। बीजेपी दावा तो जरूर कर रही है कि साडे कोल आंकड़े पूरे ने, सानू किसी गल की कोई चिंता नहीं है, साडी सरकार इस तरह जो है बरकरार रहेगी। जेजेपी दे वल्लों भी कहा जा रहा है, दुष्यंत चौटाला कह रहे हैं कि सरकार बरकरार रहेगी। पर जेजेपी दे विच बगावती सुर जरूर उठे जदों देवेंद्र बबली ने कहा कि सरकार दे पक्ष दे विच वोट पाउणा मेरी मजबूरी है, मेरी मजबूरी यानी कि उन्होंने कहा विप जारी कर दिता गया है, जेकर मैं बगावत करांगा तो उस तो बाद मैनू पार्टी तो बाहर भी किया जा सकता है। तो इसलिए जो है एक्सपैल होने के डर तो उन्होंने कहा है कि मेरी मजबूरी भी है। पर फिलहाल कांग्रेस नूं कितना क साथ मिलता है होर दूजे विधायकों का, ये हुण जो है थोड़ी देर दे विच तस्वीर साफ होगी। फिलहाल विधान सभा की हरियाणा की जो कार्रवाई है वो शुरू हो गई है। सरकार की अज अग्नि परीक्षा है बेभरोसगी। अध्यक्ष महोदय, हाँ जी पहले उनको बोलना दीजिए। मैं उनका क्वेश्चन है वो तो मुझे वहां स्टेडियम से कुछ लेना देना नहीं है, मुझे वहां खिलाड़ियों को प्रैक्टिस के लिए मेरे पास वहां कोई मैदान भी नहीं है। मैं मंत्री जी से निवेदन करूंगा कि कोई अच्छा मैदान जगह देना हमारी जिम्मेवारी है और वो अच्छा मैदान डेवलप करके दें ताकि हमारे खिलाड़ियों को तो अश्योर कर दिया। धन्यवाद जी। श्री दुराराम। तो फिलहाल सदन की कार्रवाई शुरू हो गई है, प्रश्नकाल चल रहा है। पर थोड़ी देर बाद जो बेभरोसगी मते ते चर्चा शुरू हो जाएगी तो 2 घंटे की चर्चा तो बाद वोटिंग जो है वो शुरू हो जाएगी। तो गठजोड़ की सरकार की अज अग्नि परीक्षा है। फिलहाल बीजेपी नूं हालांकि जो बीजेपी दे कोल 56 विधायकों का साथ है सरकार दे नाल, जो 56 विधायक ने, तो उधर दूजे पासे कांग्रेस के अपने 30 विधायक ने, आजाद विधायक भी 5 ने, बीजेपी दे नाल ने, जो बीजेपी दे नाल ने 2 तो 3 विधायक ने जो कांग्रेस दे नाल दसे जा रहे हैं। पर फिलहाल कौन किस दे हक दे विच भुगतदा है ये अज तस्वीर जो साफ हो जाएगी। बेभरोसगी मते ते अज मनोहर सरकार की अग्नि परीक्षा है तो इस बेभरोसगी मते ते किसानां दीआं भी नज़रां टिकियां ने। खेती कानूनां दी गल करदे हां, जिन्हां दे खिलाफ किसानां दा दिल्ली दे विच मोर्चा जारी है। अज संयुक्त किसान मोर्चे की बैठक होगी तो करीब 12 बजे किसान आगुआं की मीटिंग जो है वो शुरू होगी। अंदोलन की अगे की रणनीति ते चर्चा होगी। 3 महीने तो वध समा हो गया है, दिल्ली के बॉर्डर से किसान डटे हुए ने पर अजे तक मसले का कोई हल नहीं निकल पा रहा। इत्थों तक कि जो डेडलॉक बरकरार है वो भी काफ़ी वधदा जा रहा है, गलबात नहीं हो पा रही। अजिहे दे विच जरूरी है कि गलबात का सिलसिला सरकार और किसानों के विचाले शुरू होवे, क्योंकि गलबात तो बिना इस मसले का कोई हल नहीं है। तो फिलहाल नितिन अंसिल साडे सहयोगी ज्यादा जानकारी लिए जुड़े ने। तो नितिन, आज फिर से मीटिंग होने जा रही है, आगे की रणनीति पर विचार किया जाएगा क्योंकि डेडलॉक बरकरार है। क्या कुछ जानकारी, क्या कुछ विचार कर रही हैं किसान जथेबंदियां? जी बिल्कुल, मैं आपको बता दूं कि जो संयुक्त किसान मोर्चे की बैठक कल होनी थी लेकिन किसी कारणवश कल नहीं हो पाई। आज ये 12 से 11 बजे का समय दिया गया था, लेकिन किसान नेताओं का कहना है कि 12 बजे बैठक शुरू हो जाएगी और शाम 5 बजे तक, 4 से 5 बजे तक ये बैठक चलेगी। और कहीं ना कहीं अहम मानी जा रही है
है। तो सरकार के साथ बातचीत होने को भी 1 महीने से ज्यादा का समय हो चुका है, कोई बातचीत सरकार से नहीं है। उसके बाद आंदोलन अब आगे कैसे चलेगा? 2 तारीख की मीटिंग में सिर्फ इतना ही था कि जो है वो महिला दिवस मनाएंगे, कि एमपी को जो रास्ता रोकेंगे। उसके आगे कोई निर्देश संयुक्त किसान मोर्चा के द्वारा नहीं दिए गए थे, कोई आह्वान नहीं किया गया था। तो कहीं ना कहीं आंदोलन को लेकर आगे की रणनीति क्या रहने वाली है और क्या कुछ किसान नेता करने वाले हैं, इसको लेकर आज की बैठक बहुत अहम मानी जा रही है। जी तो नितिन, बिल्कुल बैठक होकर आगे की रणनीति बनानी बेहद जरूरी है, क्योंकि अब डेडलॉक जो बरकरार है वो काफी लंबा होता जा रहा है और मसले का हल तब तक तो नहीं हो पाएगा जब तक बातचीत नहीं होती। तो किसान संगठन भी ये मानते हैं बातचीत होनी चाहिए, लेकिन क्या अब उनकी ओर से कुछ विचार किया जा रहा है कि वो ही सरकार को कह दें कि हम मीटिंग के लिए तैयार हैं? जी बिल्कुल, इस बारे में किसान नेताओं से जब बातचीत की गई, हालांकि अभी फिलहाल कोई बातचीत किसान नेता नहीं कर रहे हैं। जो है इनका ऑफिस बनाया गया सिंगू बॉर्डर पे बैठक के लिए, उसी की तरफ जो किसान नेता जा रहे हैं। लेकिन इससे पहले चाहे इसमें बलदेव सिरसा हो या डॉक्टर दर्शन पाल हो, इनके अलावा जो बूटा सिंह शादीपुर वो किसान नेता हो, उनका ये कहना है कि उन्होंने तो कभी मना ही नहीं किया सरकार से बातचीत के लिए। हालांकि जो सरकार है, जो पीएम प्रधानमंत्री मोदी है, उन्होंने भी ये कहा था कि कॉल दूर है, लेकिन सरकार उन्हें सिर्फ बात कह रही है, कोई समय उन्हें नहीं दे रही है कि कब आकर वो बातचीत करें और कब क्या समय क्या स्थान सरकार निर्धारित करे, उसके बाद ही किसान नेता जाकर बातचीत करेंगे। लेकिन सरकार सिर्फ बात कह रही है कि वो बातचीत को तैयार है। कोई बात सरकार उनसे करने को तैयार है तो वो एक लेटर जारी करे, जैसे पहले वार्ता हुई, और वो जाने को तैयार है। लेकिन आज की जो बातचीत है वो बैठक के बाद ही किसान नेता कुछ कहेंगे। जी जी नितिन, शुक्रिया फिलहाल इस तमाम जानकारी के लिए। तो फिलहाल 12 ਵਜੇ जो किसान मोर्चे की बैठक होने जा रही है, इस बैठक ਦੇ ਵਿੱਚ ਅੱਗੇ ਦੀ ਰਣਨੀਤੀ ਕਿਸਾਨਾਂ ਦੇ ਵੱਲੋਂ ਬਣਾਈ ਜਾਵੇਗੀ। ਤੇ ਉਧਰ ਬੀਜੇਪੀ ਆਗੂ ਹਰਜੀਤ ਗਰੇਵਾਲ ਦੀ ਐਸਜੀਪੀਸੀ ਨੂੰ ਅਪੀਲ ਹੈ ਕਿ ਦਸਵੰਧ ਦਾ ਪੈਸਾ ਕਿਸਾਨ ਅੰਦੋਲਨ ਦੇ ਵਿੱਚ ਇਸਤੇਮਾਲ ਨਾ ਹੋਵੇ। ਕਿਸਾਨਾਂ ਦੇ ਮੋਰਚੇ ਨੂੰ ਧਾਰਮਿਕ ਅੰਦੋਲਨ ਨਾ ਬਣਾਇਆ ਜਾਵੇ, ਕਿਸਾਨ ਅੰਦੋਲਨ ਨੂੰ ਸਿੱਖੀ ਅੰਦੋਲਨ ਨਾ ਬਣਾਇਆ ਜਾਵੇ, ਇਹ ਹਰਜੀਤ ਗਰੇਵਾਲ ਨੇ ਕਿਹਾ ਹੈ। ਗਰੇਵਾਲ ਨੇ ਕਿਹਾ ਐਸਜੀਪੀਸੀ ਪੈਸੇ ਨੂੰ ਧਾਰਮਿਕ ਕੰਮਾਂ ਦੇ ਲਈ ਵਰਤੇ, ਐਸਜੀਪੀਸੀ ਦੀ ਮਦਦ ਦੇ ਨਾਲ ਅੰਦੋਲਨ ਨੂੰ ਵੀ ਨੁਕਸਾਨ ਹੋਵੇਗਾ। ਦਰਅਸਲ ਐਸਜੀਪੀਸੀ ਵੱਲੋਂ ਦਿੱਲੀ ਮੋਰਚੇ ਦੇ ਲਈ ਜ਼ਰੂਰੀ ਸਮਾਨ ਭੇਜੇ ਜਾਣ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਮ੍ਰਿਤਕ ਅੰਦੋਲਨਕਾਰੀ ਕਿਸਾਨਾਂ ਨੂੰ जो 1-1 ਲੱਖ ਰੁਪਇਆ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਤੇ ਇਸੇ ਤੇ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਜੋ ਐਸਜੀਪੀਸੀ ਦਾ ਪੈਸਾ ਹੈ, ਦਸਵੰਧ ਦਾ ਪੈਸਾ ਹੈ, ਉਹ ਕਿਸਾਨ ਅੰਦੋਲਨ ਦੇ ਲਈ ਇਸਤੇਮਾਲ ਨਾ ਹੋਵੇ। ਜਿਹੜਾ ਦਸਵੰਧ ਭੇਟ ਕਰਦੀ ਹੈ, ਸ਼ਰਧਾ ਦੇ ਸਤਿਕਾਰ ਭੇਟ ਕਰਦੀ ਹੈ ਗੁਰਦੁਆਰਾ ਸਾਹਿਬਾਨ ਦੇ ਅੰਦਰ, ਉਹ ਗੁਰਦੁਆਰਿਆਂ ਦੀ ਸਾਂਭ ਸੰਭਾਲ, ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਉਹਦੇ ਲਈ ਔਰ ਲੋਕਾਂ ਦਾ ਜੁੜਾਅ ਹੋਵੇ ਔਰ ਸਿੱਖਾਂ ਦੀ ਦਿੱਖ ਦੁਨੀਆ 'ਚ ਠੀਕ ਬਣੇ, ਉਸ ਦੇ ਲਈ ਖਰਚ ਹੋਵੇ, ਉਸ ਦੇ ਲਈ ਇਹ ਉੱਥੇ ਸ਼ਰਧਾ ਦੇ ਸਤਿਕਾਰ ਭੇਟ ਕਰਦੇ ਆ। ਬੀਬੀ ਜਗੀਰ ਕੌਰ ਜੀ ਨੂੰ ਮੇਰੀ ਪ੍ਰਾਰਥਨਾ ਹੈਗੀ ਆ, ਉਹ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਔਰ ਉਹਨਾਂ ਨੇ ਘੋਸ਼ਣਾ ਕੀਤੀ 4 ਮਾਰਚ ਨੂੰ ਕਿ ਅਸੀਂ 1-1 ਲੱਖ ਰੁਪਇਆ ਜੋ ਉੱਥੇ ਡੈਥ ਹੋ ਜਾਂਦੀਆਂ ਨੇ ਉਹਨਾਂ ਨੂੰ ਦੇਵਾਂਗੇ ਔਰ ਟੈਂਪਰੇਰੀ ਸ਼ੈੱਡ ਤੇ ਪੱਖੇ ਤੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੇ ਕਿਹਾ ਕਿ ਅਸੀਂ ਨਿਰਮਾਣ ਕਰਾਂਗੇ। ਮੈਂ ਸਮਝਦਾ ਕਿ ਇਹ ਇੱਕ ਤਾਂ ਅੰਦੋਲਨ ਨੂੰ ਗਲਤ ਦਿੱਖ ਦੇ ਰਹੇ ਆ, ਉਹਨੂੰ ਧਾਰਮਿਕ ਦਿੱਖ ਦੇਣ ਦੀ ਕੋਸ਼ਿਸ਼ ਕਰ ਰਹੇ ਆ ਔਰ ਦੂਸਰਾ ਇਹ ਅੰਦੋਲਨ ਜਿਹੜਾ ਕਿਸਾਨ ਅੰਦੋਲਨ ਨੂੰ ਵੀ ਨੁਕਸਾਨ ਦੇਣ ਵਾਲੀ ਗੱਲ ਆ। ਔਰ ਉਹ ਪ੍ਰਧਾਨ ਜਗੀਰ ਕੌਰ ਸਾਡੇ ਨਾਲ ਜੁੜ ਗਏ ਨੇ। ਤਾਂ ਜਗੀਰ ਕੌਰ ਜੀ, ਹਰਜੀਤ ਗਰੇਵਾਲ ਕਹਿੰਦੇ ਨੇ ਕਿ ਜੋ ਦਸਵੰਧ ਦਾ ਪੈਸਾ ਹੈ, ਜੋ ਐਸਜੀਪੀਸੀ ਦਾ ਪੈਸਾ ਹੈ, ਉਹ ਕਿਸਾਨ ਅੰਦੋਲਨ ਦੇ ਵਿੱਚ ਨਾ ਲਗਾਇਆ ਜਾਵੇ। ਬੜਾ ਅਫਸੋਸ ਹੈ ਜੀ ਕਿ ਹਰਜੀਤ ਗਰੇਵਾਲ ਦੀ ਮੈਨੂੰ ਸਲਾਹ ਲੈਣ ਦੀ ਲੋੜ ਨਹੀਂ। ਜੋ ਉੱਥੋਂ ਦੀਆਂ ਸੇਵਾਵਾਂ ਨੇ ਸਾਨੂੰ ਸੰਸਥਾ ਨੂੰ ਪੂਰਾ ਪਤਾ ਹੈ ਕਿ ਅਸੀਂ ਸੰਸਥਾਵਾਂ ਨੇ ਕਿਸ ਤਰ੍ਹਾਂ ਸੇਵਾ ਕਰਨੀ ਹੈ, ਅਸੀਂ ਗੁਰੂ ਕੇ ਲੰਗਰ ਕਿੱਦਾਂ ਚਲਾਉਣੇ ਹੈ, ਲੋੜਵੰਦਾਂ ਦੀ ਸੇਵਾ ਕਿੱਥੇ ਕਰਨੀ ਹੈ। ਇਹ ਗੁਰੂ ਸਾਹਿਬ ਜੀ ਦਾ ਦਸਵੰਧ ਜਿਹੜਾ ਇਹ ਲੋੜਵੰਦਾਂ ਵਿੱਚ, ਗਰੀਬਾਂ ਵਿੱਚ ਤੇ ਕਿਤੇ ਮੁਸ਼ਕਲ ਬਣਦੀ, ਭੀੜ ਬਣਦੀ, ਉੱਥੇ ਹੀ ਲੱਗਦਾ ਹੈ। ਪਰਉਪਕਾਰਾਂ ਦੇ ਕਾਰਜਾਂ ਵਿੱਚ ਲੱਗਦਾ ਹੈ, ਗੁਰਧਾਮਾਂ 'ਚ ਲੱਗਦਾ ਹੈ, ਗੁਰਮਤਿ ਪ੍ਰਚਾਰ 'ਚ ਲੱਗਦਾ ਹੈ। ਇਸ ਕਰਕੇ ਇਹਨੂੰ ਇਹ ਸਲਾਹ ਦੇਣ ਦੀ ਲੋੜ ਨਹੀਂ, ਸਾਨੂੰ ਸਾਰਾ ਕੁਝ ਪਤਾ ਅਸੀਂ ਕਿੱਦਾਂ ਖਰਚ ਕਰਨਾ। ਜਗੀਰ ਕੌਰ ਜੀ ਬਣੇ ਰਹੋ ਤੁਸੀਂ ਸਾਡੇ ਨਾਲ। ਹਰਜੀਤ ਗਰੇਵਾਲ ਵੀ ਜੁੜ ਗਏ ਨੇ, ਬੀਜੇਪੀ ਆਗੂ। ਤਾਂ ਹਰਜੀਤ ਗਰੇਵਾਲ ਜੀ, ਤੁਸੀਂ ਕਹਿੰਦੇ ਹੋ ਕਿ ਦਸਵੰਧ ਦਾ ਪੈਸਾ ਕਿਸਾਨ ਅੰਦੋਲਨ 'ਚ ਨਾ ਲਗਾਇਆ ਜਾਵੇ, ਤਾਂ ਜਗੀਰ ਕੌਰ ਜੀ ਕਹਿ ਰਹੇ ਨੇ ਕਿ ਜਦੋਂ ਧਰਮ ਦੀ ਗੱਲ ਹੁੰਦੀ ਹੈ ਤਾਂ ਉਸ ਦਾ ਮਤਲਬ ਸਭ ਦੀ ਸੇਵਾ ਕਰਨਾ ਹੀ ਹੁੰਦਾ ਹੈ, ਮੁਸੀਬਤ ਵਿੱਚ ਜਾਂ ਲੋੜ ਪੈਣ ਤੇ ਹਰ ਕਿਸੇ ਦੀ ਮਦਦ ਕਰਨਾ ਹੁੰਦਾ ਹੈ। ਇਸ ਤਰ੍ਹਾਂ ਜੀ, ਇੱਕ ਤਾਂ ਕਿਸਾਨ ਅੰਦੋਲਨ ਜਿਹੜੇ ਕਿਸਾਨ ਆ ਨਾ, ਉਹ
हिंदू भी है, सिख भी है, मुसलमान भी है, क्रिश्चियन भी है। और दूसरी गल किसान अंदोलन नूं गलत दिख दित्ती जा रही है कि भी ये सिख अंदोलन है। और तीसरा जिहड़ा श्रोमणी गुरुद्वारा प्रबंधक कमेटी है ਉਹਦਾ ਜਿਹੜਾ ਕੰਮ ਆ ਉਹ ਗੁਰਦੁਆਰਿਆਂ ਦੀ ਵੈਲਫੇਅਰ, ਗੁਰਦੁਆਰਾ ਸਾਹਿਬਾਨ ਦੀ ਦੇਖਭਾਲ, ਉੱਥੇ ਸੰਗਤਾਂ ਦੀ ਸਾਂਭ ਸੰਭਾਲ ਲਈ ਤੇ ਉਹਨਾਂ ਦੀ ਸੁਵਿਧਾ ਲਈ ਸਹੂਲਤਾਂ ਦੇਣੀਆਂ ਔਰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਲੋਕਾਂ ਨੂੰ ਉਹਦੇ ਨਾਲ ਜੋੜਨਾ, ਤੇ ਉਹ ਸਾਰਾ ਕੁਝ ਉਹਦੇ 'ਚ ਲਿਖਿਆ ਹੋਇਆ 1925 ਦੇ ਐਕਟ 'ਚ। ਤੇ ਮੈਂ ਔਰ ਬੀਬੀ ਜਗੀਰ ਕੌਰ ਜੀ ਇੱਕ ਧਾਰਮਿਕ ਹਸਤੀ ਨੇ, ਇਹਨਾਂ ਦੀ ਕੋਈ ਗੱਲ ਇਹ ਕਰਦੇ ਆ ਤਾਂ ਉਹ ਧਰਮ ਦੇ ਨਾਲ ਸਿੱਧੀ ਜੁੜਦੀ ਆ, ਕਿਉਂਕਿ ਕਰ ਸਿਰਸਾ ਸਾਹਿਬ ਵੀ ਇਹੀ ਕੰਮ ਰਹੇ ਆ। ਪਰ ਸਿਰਸਾ ਸਾਹਿਬ ਧਾਰਮਿਕ ਹਸਤੀ ਨਹੀਂ ਹੈ, ਉਹਨਾਂ ਨੂੰ ਧਰਮ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਉਹ ਇੱਕ ਲੀਡਰ, ਪੋਲੀਟੀਕਲ ਲੀਡਰ ਤੇ ਵਪਾਰੀ ਦੀ ਤਰ੍ਹਾਂ ਨੇ। ਔਰ ਇਹ ਬੀਬੀ ਜਗੀਰ ਕੌਰ ਜੀ ਧਾਰਮਿਕ ਹਸਤੀ ਨੇ। ਜਦੋਂ ਇਹਨਾਂ ਦੀ ਪ੍ਰਧਾਨਗੀ 'ਚ ਇਹ ਕੰਮ ਹੁੰਦਾ ਤਾਂ ਉਹ ਇੱਕ ਗਲਤ ਮੈਸੇਜ ਜਾਂਦਾ ਹੈਗਾ ਬਈ ਇਹ ਸਿੱਖ ਅੰਦੋਲਨ ਆ। ਅਸੀਂ ਕਈ ਵਾਰ ਦੇਖਦੇ ਹਾਂ ਕਿ ਲੋਕ ਸਾਨੂੰ ਕਹਿੰਦੇ ਤੁਸੀਂ ਸਿੱਖਾਂ ਦੇ ਖਿਲਾਫ ਬੋਲਦੇ ਹੋ। ਮੈਂ ਕਿਹਾ ਵੀ ਇਹਦੀ ਸਿੱਖਾਂ ਦੀ ਕੀ ਗੱਲ ਆ ਗਈ। ਤਾਂ ਇਸ ਕਰਕੇ ਇਹ ਅੰਦੋਲਨ ਨੂੰ ਗਲਤ ਦਿਸ਼ਾ ਮਿਲਦੀ ਹੈ, ਅੰਦੋਲਨ ਦਾ ਵੀ ਨੁਕਸਾਨ ਹੁੰਦਾ। ਮੇਰੀ ਇਹੀ ਪ੍ਰਾਰਥਨਾ ਇਹਨਾਂ ਨੂੰ, ਇਹ ਤਾਂ ਜ਼ਿਆਦਾ ਸੂਝਵਾਨ ਨੇ ਕਿ ਇਹ ਇਸ ਤਰ੍ਹਾਂ ਦਾ ਕੰਮ ਨਾ ਕਰਨ। ਔਰ ਜਿਹੜਾ ਧਰਮ ਪ੍ਰਚਾਰ ਦਾ ਕੰਮ ਆ ਸਿੱਖਾਂ ਦੀ, ਹੁਣ ਸਾਡੇ IAS IPS ਅਫਸਰ ਬਹੁਤ ਘੱਟ ਗਏ ਨੇ ਤੇ ਬੀਬੀ ਜੀ ਨੂੰ ਚਾਹੀਦਾ ਕਿ ਉਸ ਪਾਸੇ ਉਹਨਾਂ ਦੀ ਐਜੂਕੇਸ਼ਨ ਦੀ ਕੁਆਲਿਟੀ ਇੰਪਰੂਵ ਹੋਵੇ ਔਰ ਸਿੱਖਾਂ ਦੇ ਬੱਚੇ ਜਿਹੜੇ ਆ ਉਹ ਹੋਰ ਅੱਗੇ ਵੱਧ ਸਕਣ, ਉਹਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਪੂਰੀ ਦੁਨੀਆ 'ਚ ਸਿੱਖਾਂ ਦੀ ਦਿੱਖ ਵਧੀਆ ਬਣੇ, ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਸ਼ਿਸ਼ ਕਰਦੀ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਨਾ ਕਿ ਕੋਈ ਸੰਘਰਸ਼ ਕਮੇਟੀ ਆ। ਔਰ ਹਰ ਅੰਦੋਲਨ ਦੇ ਵਿੱਚ ਇਹ ਇਸ ਤਰ੍ਹਾਂ ਨਹੀਂ। ਖੈਰ ਹਰਜੀਤ ਗਰੇਵਾਲ ਜੀ, ਜਗੀਰ ਕੌਰ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ। ਉਹ ਕਹਿੰਦੇ ਸੀ ਕਿ ਪੈਸਾ ਸਾਨੂੰ ਪਤਾ ਹੈ ਕਿ ਕਿੱਥੇ ਲਗਾਉਣਾ ਹੈ ਤੇ ਸਾਨੂੰ ਸਲਾਹ ਇਸ ਤਰ੍ਹਾਂ ਦੀ ਨਾ ਦਿੱਤੀ ਜਾਵੇ। ਸ਼ੁਕਰੀਆ ਫਿਲਹਾਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਜਗੀਰ ਕੌਰ ਨੇ ਕਿਹਾ ਹੈ ਕਿ ਬੀਜੇਪੀ ਸਾਨੂੰ ਨਾ ਦੱਸੇ ਕਿ ਪੈਸਾ ਜੋ ਹੈ ਦਸਵੰਧ ਦਾ ਜਾਂ ਫਿਰ SGPC ਦਾ ਜੋ ਪੈਸਾ ਹੈ ਉਹ ਕਿੱਥੇ ਕਿਸ ਤਰੀਕੇ ਦੇ ਨਾਲ ਲਗਾਇਆ ਜਾਣਾ ਚਾਹੀਦਾ ਹੈ। ਸੰਗਤ ਜਿਹੜਾ ਦਸਵੰਧ ਭੇਟ ਕਰਦੀ ਹੈ, ਸ਼ਰਧਾ ਦੇ ਸਤਿਕਾਰ ਭੇਟ ਕਰਦੀ ਹੈ ਗੁਰਦੁਆਰਾ ਸਾਹਿਬਾਨ ਦੇ ਅੰਦਰ, ਉਹ ਗੁਰਦੁਆਰਿਆਂ ਦੀ ਸਾਂਭ ਸੰਭਾਲ, ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ, ਉਹਦੇ ਲਈ ਔਰ ਲੋਕਾਂ ਦਾ ਜੁੜਾਅ ਹੋਵੇ ਔਰ ਸਿੱਖਾਂ ਦੀ ਦਿੱਖ ਦੁਨੀਆ 'ਚ ਠੀਕ ਬਣੇ, ਉਸ ਦੇ ਲਈ ਖਰਚ ਹੋਵੇ, ਉਸ ਦੇ ਲਈ ਇਹ ਉੱਥੇ ਸ਼ਰਧਾ ਦੇ ਸਤਿਕਾਰ ਭੇਟ ਕਰਦੇ ਆ। ਬੀਬੀ ਜਗੀਰ ਕੌਰ ਜੀ ਨੂੰ ਮੇਰੀ ਪ੍ਰਾਰਥਨਾ ਹੈਗੀ ਆ, ਉਹ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਔਰ ਉਹਨਾਂ ਨੇ ਘੋਸ਼ਣਾ ਕੀਤੀ 4 ਮਾਰਚ ਨੂੰ ਕਿ ਅਸੀਂ 1-1 ਲੱਖ ਰੁਪਇਆ ਜੋ ਉੱਥੇ ਡੈਥ ਹੋ ਜਾਂਦੀਆਂ ਨੇ ਉਹਨਾਂ ਨੂੰ ਦੇਵਾਂਗੇ ਔਰ ਟੈਂਪਰੇਰੀ ਸ਼ੈੱਡ ਤੇ ਪੱਖੇ ਤੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੇ ਕਿਹਾ ਕਿ ਅਸੀਂ ਨਿਰਮਾਣ ਕਰਾਂਗੇ। ਮੈਂ ਸਮਝਦਾ ਕਿ ਇਹ ਇੱਕ ਤਾਂ ਅੰਦੋਲਨ ਨੂੰ ਗਲਤ ਦਿਖ ਦੇ ਰਹੇ ਆ, ਉਹਨੂੰ ਧਾਰਮਿਕ ਦਿਖ ਦੇਣ ਦੀ ਕੋਸ਼ਿਸ਼ ਕਰ ਰਹੇ ਆ ਔਰ ਦੂਸਰਾ ਇਹ ਅੰਦੋਲਨ ਜਿਹੜਾ ਕਿਸਾਨ ਅੰਦੋਲਨ ਨੂੰ ਵੀ ਨੁਕਸਾਨ ਦੇਣ ਵਾਲੀ ਗੱਲ ਆ ਔਰ ਉਸ ਦੀ ਵਿਲੱਖਣਤਾ ਜਿਹੜੀ ਆ ਉਸ ਨੂੰ ਇਹ ਕਾਇਮ ਨਹੀਂ ਰਹਿਣ ਦੇਗਾ। ਸੰਗਤ ਜਿਹੜਾ ਦਸਵੰਧ ਭੇਟ ਕਰਦੀ ਹੈ, ਸ਼ਰਧਾ ਦੇ ਸਤਿਕਾਰ ਭੇਟ ਕਰਦੀ ਹੈ ਗੁਰਦੁਆਰਾ ਸਾਹਿਬਾਨ ਦੇ ਅੰਦਰ, ਉਹ ਗੁਰਦੁਆਰਿਆਂ ਦੀ ਸਾਂਭ ਸੰਭਾਲ, ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ, ਉਹਦੇ ਲਈ ਔਰ ਲੋਕਾਂ ਦਾ ਜੁੜਾਅ ਹੋਵੇ ਔਰ ਸਿੱਖਾਂ ਦੀ ਦਿੱਖ ਦੁਨੀਆ 'ਚ ਠੀਕ ਬਣੇ, ਉਸ ਦੇ ਲਈ ਖਰਚ ਹੋਵੇ, ਉਸ ਦੇ ਲਈ ਇਹ ਉੱਥੇ ਸ਼ਰਧਾ ਦੇ ਸਤਿਕਾਰ ਭੇਟ ਕਰਦੇ ਆ। ਬੀਬੀ ਜਗੀਰ ਕੌਰ ਜੀ ਨੂੰ ਮੇਰੀ ਪ੍ਰਾਰਥਨਾ ਹੈਗੀ ਆ, ਉਹ ਇਸ ਵੇਲੇ ਸ਼੍ਰੋਮਣੀ